ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਲਿਓ ਮੋਮਨ ਖਾਂ ਫੌਜਦਾਰ ਕੈ ਸੰਗ ਬਾਈ ਸੇ ਅਸਵਾਰ। 40 ਜੰਬੂਰੇ ਫੀਲ ਪੰਜ ਔਰ ਰੈਕਲੇ 4। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਬਾਬਾ ਤਾਰਾ ਸਿੰਘ ਜੀ ਵਾਂ ਤਿਨਾਂ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ। ਪੱਟੀ ਦਾ ਹਾਕਮ ਆਇਆ, ਭਾਈ ਬਘੇਲ ਸਿੰਘ ਹੋਣਾ ਨੇ ਰਸਤੇ 'ਚ ਰੋਕਿਆ, ਲੜ ਕੇ ਅਨੇਕਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਇੰਨੇ ਨੂੰ ਪਿੱਛੋਂ ਕੁਝ ਹੋਰ ਸਿੰਘ ਆ ਪਹੁੰਚੇ ਤੇ ਪੱਟੀ ਦੇ ਹਾਕਮ ਨੂੰ ਹਾਰ ਖਾ ਕੇ ਆਪਣੇ ਭਤੀਜੇ ਤੇ ਭਰਾ ਮਰਵਾ ਕੇ ਵਾਪਸ ਮੁੜਨਾ ਪਿਆ। ਲਾਹੌਰ ਦਰਬਾਰ ਵਿੱਚ ਬਾਬਾ ਤਾਰਾ ਸਿੰਘ ਵਾਂ ਦੇ ਬਰਖਲਾਫ ਪੁਕਾਰ ਕਰਨ ਵਾਸਤੇ ਪਹੁੰਚਿਆ। ਆਖਿਆ ਕਿ ਏਦਾਂ ਦੀਆਂ ਵਧੀਕੀਆਂ ਸਿੰਘ ਕਰ ਰਹੇ ਨੇ, ਤੇਰਾ ਰਾਜ ਹੈ, ਤੇਰਾ ਇਲਾਕਾ ਹੈ। ਉੱਥੇ ਤਾਰਾ ਸਿੰਘ ਵਾਂ ਤੇ ਉਹਦੇ ਨਾਲ ਦੇ ਸਾਥੀ ਸਿੰਘ ਰੋਜ਼ ਕੋਈ ਨਾ ਕੋਈ ਨਵਾਂ ਫਤੂਰ ਉਠਾਉਂਦੇ ਨੇ। ਇਹ ਸੁਣ ਕੇ ਸੂਬਾ ਲਾਹੌਰ ਜ਼ਕਰੀਆ ਖਾਨ, ਜੋ ਬੜਾ ਨਿਰਦਈ ਨਵਾਬ ਸੀ, ਜਿਹਨੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਕੀਤਾ ਹੈ,
ਇਹ ਅਬਦੁਲ ਸਮੁੰਦ ਖਾਂ ਦਾ ਪੁੱਤਰ ਹੈ। ਇਸ ਮਲੇਛ ਨੇ ਉਸੇ ਵਕਤ ਹੁਕਮ ਕੀਤਾ ਕਿ 2200 ਘੋੜ ਸਵਾਰ ਲੈ ਕੇ ਆਪਣੇ ਨਾਲ ਮੋਮਨ ਖਾਂ ਜਾ ਕੇ ਚੜ੍ਹਾਈ ਕਰ। ਇਹਦੀ ਗੱਲ ਸੁਣਦਿਆਂ ਮੋਮਨ ਖਾਂ ਇਹਦਾ ਇੱਕ ਵੱਡਾ ਫੌਜਦਾਰ ਸੀ। ਉਹਨੇ 2200 ਘੋੜ ਸਵਾਰਾਂ ਦਾ ਜਥਾ ਨਾਲ ਲਿਆ। ਬਾਬਾ ਤਾਰਾ ਸਿੰਘ ਜੀ ਵਾਂ ਦੇ ਉੱਤੇ ਹਮਲਾ ਕਰਨ ਵਾਸਤੇ ਆ ਰਿਹਾ ਹੈ। ਇਧਰ ਬਾਬਾ ਤਾਰਾ ਸਿੰਘ ਜੀ ਨੇ ਆਪਣੇ ਨਾਲ ਦੇ ਸਾਥੀ ਸਿੰਘ ਸੱਦ ਲਏ ਨੇ, ਜਿਨ੍ਹਾਂ ਦੀ ਕੁੱਲ ਗਿਣਤੀ 22 ਹੈ। ਉਧਰ ਦੁਸ਼ਮਣਾਂ ਦੀ ਫੌਜ 2200 ਘੋੜ ਸਵਾਰ ਆ ਰਹੇ ਨੇ। ਬਾਬਾ ਤਾਰਾ ਸਿੰਘ ਜੀ ਦੇ ਨਾਲ ਕੇਵਲ 22 ਸਿਰਲਥ ਯੋਧੇ ਨੇ, ਜਿਨ੍ਹਾਂ ਵਿੱਚੋਂ ਅਮਰ ਸਿੰਘ ਢਿੱਲੋਂ ਹੈ, ਲਖਮੀਰ ਸਿੰਘ ਹੈ, ਹੋਰ ਕੁਝ ਯੋਧੇ ਨੇ ਜਿਨ੍ਹਾਂ ਨੇ ਆਪਣਾ ਸਿਰ ਤਲੀ ਤੇ ਧਰਿਆ ਤੇ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਨ। ਆਓ, ਮੋਮਨ ਖਾਂ ਦੀ ਚੜ੍ਹਾਈ ਹੋ ਰਹੀ ਹੈ। ਬਾਬਾ ਤਾਰਾ ਸਿੰਘ ਜੀ ਵੈਰੀ ਦਲ ਦਾ ਮੁਕਾਬਲਾ ਕਰ ਰਹੇ ਨੇ। ਮਨ ਔਰ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਪੰਥ ਦਾ ਇਹ ਪਵਿੱਤਰ ਇਤਿਹਾਸ ਹੈ, ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਲਿਓ ਮੋਮਨ ਖਾਂ ਫੌਜਦਾਰ ਕੈ ਸੰਗ 2200 ਅਸਵਾਰ। ਮੋਮਨ ਖਾਂ ਆਪਣੇ ਨਾਲ 2200 ਘੋੜ ਸਵਾਰਾਂ ਦਾ ਜਥਾ ਲੈ ਕੇ, ਜਿਹੜੇ 94 ਯੋਧੇ ਸੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਲਾਹੌਰ ਤੋਂ ਚੱਲਣ ਵਾਸਤੇ ਤਿਆਰ ਹੋਇਆ। ਜ਼ਕਰੀਆ ਖਾਨ ਸੂਬੇ ਲਾਹੌਰ ਨੇ ਇਹਨਾਂ ਨੂੰ ਭੇਜਿਆ ਹੈ। 40 ਜੰਬੂਰੇ ਫੀਲ 5 ਔਰ ਰੈਕਲੇ 4। ਇਹਨੇ 40 ਜੰਬੂਰ ਜਿਹੜੇ ਨੇ ਉਹ ਆਪਣੇ ਨਾਲ ਲਏ ਨੇ, ਜਿਨ੍ਹਾਂ ਨੂੰ ਛੋਟੀਆਂ ਤੋਪਾਂ ਕਹਿੰਦੇ ਨੇ। ਊਂਠਾਂ ਦੇ ਉੱਤੇ ਲੱਦ ਕੇ ਲਿਜਾਈਆਂ ਜਾਂਦੀਆਂ ਨੇ। ਔਰ ਉਹਦੇ ਨਾਲ 5 ਹਾਥੀ ਤੇ ਹਾਥੀ ਸਵਾਰ ਲਏ ਨੇ। ਔਰ 4 ਰੈਕਲੇ ਜਿਹੜੀਆਂ ਛੋਟੀਆਂ ਤੋਪਾਂ, ਉਹਦੇ ਤੋਂ ਵੀ ਛੋਟੀਆਂ ਤੋਪਾਂ ਹੁੰਦੀਆਂ ਨੇ, ਉਹਨਾਂ ਨੂੰ ਆਪਣੇ ਨਾਲ ਲੈ ਕੇ ਮੋਮਨ ਖਾਂ ਨੇ ਚੜ੍ਹਾਈ ਕੀਤੀ ਹੈ। ਜੋ ਭਈ ਤਿਆਰੀ ਨਕੀਬ ਫਿਰ ਆਇਓ। ਜਦੋਂ ਮੋਮਨ ਖਾਂ ਨੇ ਤਿਆਰੀ ਕਰ ਲਈ ਹਮਲਾ ਕਰਨ ਦੀ ਕਿ ਅਸੀਂ ਹੁਣ ਹੱਲਾ ਕਰਕੇ ਜਾਣਾ ਹੈ, ਵਾਂ ਪਿੰਡ ਲਾਹੌਰ ਤੋਂ ਚਾਲੇ ਮਾਰਨੇ ਨੇ, ਤਾਂ ਇੱਕ ਨਕੀਬ ਜਿਹੜਾ ਹੈ ਉਹ ਪਹਿਲਾਂ ਲਾਹੌਰ ਦੇ ਵਿੱਚ ਬੋਲਿਆ ਹੈ, ਡੇਰਾ ਲਾਹੌਰੇ ਬਾਹਰ ਪਾਇਓ। ਲਾਹੌਰ ਤੋਂ ਬਾਹਰ ਆ ਕੇ ਨੇ ਆਪਣੀ ਫੌਜ ਸਮੇਤ ਪਹਿਲਾਂ ਛਾਵਣੀ ਪਾਈ, ਡੇਰਾ ਕੀਤਾ, ਕਿਉਂਕਿ ਸਿੱਧਾ ਨਹੀਂ ਸੀ ਚੱਲ ਸਕਦਾ। ਇੱਕ ਪੜਾਅ ਪਹਿਲਾਂ ਬਾਹਰ ਆ ਕੇ ਕੀਤਾ ਤਾਂ ਜੋ ਫੌਜ ਦਾ ਮੁਆਇਨਾ ਕੀਤਾ ਜਾ ਸਕੇ, ਕਿੰਨੀਆਂ ਫੌਜਾਂ ਨੇ, ਕੌਣ ਕੌਣ ਹੈ, ਸਭ ਦੀ ਹਾਜ਼ਰੀ ਲੱਗ ਸਕੇ। ਇਹਨੇ ਲਾਹੌਰ ਤੋਂ ਬਾਹਰ ਆ ਕੇ ਡੇਰਾ ਕੀਤਾ ਹੈ। ਸਿੰਘਨ ਲਾਹੌਰੀਅਨ ਕਿਤ ਸੁਣ ਲਈ। ਜਦੋਂ ਲਾਹੌਰ ਵਿੱਚ ਰਹਿਣ ਵਾਲੇ ਸਿੰਘਾਂ ਨੂੰ ਖਬਰ ਹੋਈ ਕਿ ਮੋਮਨ ਖਾਂ ਹਮਲਾ ਕਰਨ ਵਾਸਤੇ ਜਾ ਰਿਹਾ ਹੈ, ਤਾਰੇ ਸਿੰਘ ਪੈ ਚੜਤੀ ਪਈ। ਕਿ ਬਾਬੇ ਤਾਰਾ ਸਿੰਘ ਵਾਂ ਦੇ ਉੱਤੇ ਇਹਨਾਂ ਨੇ ਹਮਲਾ ਕਰਨਾ ਹੈ, ਉਹਨਾਂ ਤੇ ਹੱਲਾ ਕਰਨ ਵਾਸਤੇ 2200 ਘੋੜ ਸਵਾਰ ਤੇ ਤੋਪਾਂ ਲੈ ਕੇ ਚੱਲਿਆ। ਉਨ ਸਿੰਘਨ ਕਿਮ ਦਿਵਸ ਬਿਤਾਇਆ। ਉਧਰ ਸਿੰਘਾਂ ਨੇ ਕਿਸੇ ਤਰੀਕੇ ਦਿਨ ਬਤੀਤ ਕੀਤਾ, ਕਿਉਂਕਿ ਦਿਨ ਦੇ ਚਾਨਣੇ 'ਚ ਜਾਣਾ ਸਿੰਘਾਂ ਲਈ ਔਖਾ ਸੀ। ਉਹਨਾਂ ਆਖਿਆ ਕਿਸੇ ਤਰੀਕੇ ਬਾਬੇ ਤਾਰਾ ਸਿੰਘ ਦੇ ਕੋਲ ਖਬਰ ਭੇਜਣੀ ਜ਼ਰੂਰੀ ਹੈ, ਤਾਂ ਜੋ ਅੱਗੋਂ ਆਪਣੀ ਤਿਆਰੀ ਕਰ ਲੈਣ। ਰਾਤ ਪਈ ਕਰਨ ਖਬਰੈ ਤਾਇਆ। ਜਦੋਂ ਰਾਤ ਪਈ ਤਾਂ ਇੱਕ ਸਿੰਘ ਲਾਹੌਰ ਤੋਂ ਘੋੜੇ ਤੇ ਸਵਾਰ ਹੋਇਆ, ਬੜੀ ਤੇਜ਼ੀ ਨਾਲ ਲਾਹੌਰ ਤੋਂ ਚਾਲਾ ਮਾਰ ਕੇ ਬਾਬਾ ਤਾਰਾ ਸਿੰਘ ਵਾਂ ਨੂੰ ਮਿਲਣ ਵਾਸਤੇ, ਬਾਬਾ ਤਾਰਾ ਸਿੰਘ ਨੂੰ ਖਬਰ ਦੇਣ ਵਾਸਤੇ ਆਇਆ। ਪੁੱਜਿਓ ਸਿੰਘਨ ਪੈ ਫਤਿਹ ਬੁਲਾਈ। ਰਾਤੋਂ ਰਾਤ ਉਹ ਸਿੰਘ ਰਾਤ ਦੇ ਸਮੇਂ ਹੀ ਪਹੁੰਚਿਆ
ਔਰ ਪਹੁੰਚ ਕੇ ਜਿੰਨੇ ਸਿੰਘ ਉੱਥੇ ਬੈਠੇ ਸੀ ਬਾਬਾ ਤਾਰਾ ਸਿੰਘ ਦੇ ਪਾਸ, ਉਹਨਾਂ ਕੋਲ ਆ ਕੇ ਸਿੰਘ ਨੇ ਆਪਣੀ ਫਤਿਹ ਗਜਾਈ। ਕਹੀ ਸਿੰਘਨ ਸੋ ਫੌਜ ਤੁਰ ਕੇ ਆਈ। ਔਰ ਸਿੰਘਾਂ ਨੂੰ ਬੇਨਤੀ ਕੀਤੀ, ਨਾਲੇ ਬਾਬਾ ਤਾਰਾ ਸਿੰਘ ਜੀ ਵੀ ਵਿੱਚ ਬੈਠੇ ਸਨ। ਆਖਿਆ, ਖਾਲਸਾ ਜੀ, ਮੋਮਨ ਖਾਂ ਨੇ ਚੜ੍ਹਾਈ ਕੀਤੀ ਆ, ਤੁਹਾਡੇ ਤੇ ਚੜ੍ਹ ਕੇ ਆ ਰਿਹਾ ਹਮਲਾ ਕਰਨ ਲਈ। ਮੈਂ ਤੋ ਅਬ ਮੁੜ ਪਵੋ ਲਾਹੌਰ। ਕਿਉਂਕਿ ਮੈਂ ਹੁਣ ਤੁਹਾਨੂੰ ਖਬਰ ਦੇ ਕੇ ਇੱਥੋਂ ਵਾਪਸ ਲਾਹੌਰ ਨੂੰ ਪਰਤ ਜਾਣਾ ਹੈ। ਮੈਂ ਇੱਥੇ ਰਹਿ ਨਹੀਂ ਸਕਣਾ, ਕਿਉਂਕਿ ਜੇ ਇੱਥੇ ਰਹਿ ਗਿਆ ਤੇ ਪਿੱਛੇ ਉਹਨਾਂ ਨੂੰ ਪਤਾ ਲੱਗ ਗਿਆ ਤੁਹਾਨੂੰ ਮੈਂ ਖਬਰ ਦਿੱਤੀ ਹੈ, ਮੇਰਾ ਪਰਿਵਾਰ ਤੇ ਬਾਕੀ ਦੇ ਜਿਹੜੇ ਹੋਰ ਸਿੰਘ ਲਾਹੌਰ 'ਚ ਰਹਿੰਦੇ ਨੇ ਉਹਨਾਂ ਦਾ ਵੱਡਾ ਭਾਰੀ ਨੁਕਸਾਨ ਹੋਵੇਗਾ। ਇਸ ਕਰਕੇ ਖਾਲਸਾ ਜੀ, ਮੈਂ ਤੁਹਾਨੂੰ ਖਬਰ ਦੇ ਕੇ ਇੱਥੋਂ ਹੁਣ ਵਾਪਸ ਮੁੜ ਜਾਣਾ, ਵਾਪਸ ਪਰਤ ਜਾਣਾ। ਔਰ ਬਚਨ ਕੀ ਮੋਏ ਨ ਠੌਰ। ਕਿਉਂਕਿ ਮੈਨੂੰ ਲਾਹੌਰ ਹੀ ਵਾਪਸ ਪੁੱਜਣਾ ਪੈਣਾ, ਕਿਸੇ ਹੋਰ ਜਗ੍ਹਾ ਦੇ ਉੱਤੇ ਬਚਣ ਦੀ ਕੋਈ ਥਾਂ ਨਹੀਂ। 15 ਕੋਸ ਮੋਰੀ ਘੋੜੀ ਆਈ। ਮੈਂ ਘੋੜੀ ਤੇ ਸਵਾਰ ਹੋ ਕੇ ਆਇਆ। ਤਕਰੀਬਨ ਲਾਹੌਰ ਤੋਂ ਵਾਂ ਪਿੰਡ ਦਾ ਪੈਂਡਾ ਜਿਹੜਾ ਉਹ 15 ਕੋਹ ਦਾ ਹੈ। ਕਹਿੰਦੇ 15 ਕੋਹ ਚੱਲ ਕੇ ਮੇਰੀ ਘੋੜੀ ਆਈ ਹੈ। ਬਚੋ ਤੋਂ ਮੁੜ ਲਾਹੌਰੇ ਜਾਈ। ਤੇ ਹੁਣ ਇਹ 15 ਕੋਹ ਦਾ ਹੀ ਪੈਂਡਾ ਮੈਂ ਵਾਪਸੀ ਤੈਅ ਕਰਨਾ ਹੈ। ਮੈਂ ਬਚਾਂਗਾ ਤੇ ਲਾਹੌਰ ਪਹੁੰਚ ਜਾਵਾਂਗਾ। ਦੋਹਰਾ ਔਰ ਬਾਤ ਤੁਮਨੇ ਬਚੋ ਕਿਤ ਲੁਕ ਜਾਨ ਬਚਾਈ। ਸਿੰਘੋ, ਮੈਂ ਤੁਹਾਨੂੰ ਖਬਰ ਦੇਣ ਆਇਆ ਹਾਂ, ਕਿਉਂਕਿ 2200 ਘੋੜ ਸਵਾਰਾਂ ਦੇ ਨਾਲ 40 ਤੋਪਾਂ ਆ ਰਹੀਆਂ ਨੇ, 5 ਹਾਥੀ ਆ ਰਹੇ ਨੇ, 4 ਰੈਕਲੇ ਆ ਰਹੇ ਨੇ। ਤੁਹਾਡਾ ਬਚਾਅ ਔਖਾ ਹੈ, ਕਿਉਂਕਿ ਤੁਸੀਂ ਕੁੱਲ 22 ਹੋ ਤੇ ਉਧਰ 2200 ਨੇ। ਮੇਰੀ ਬੇਨਤੀ ਮੰਨੋ ਤਾਂ ਤੁਸੀਂ ਇੱਥੋਂ ਕਿਤੇ ਹਰਨ ਭਰਨ ਹੋ ਕੇ ਲੁਕ ਛਿਪ ਕੇ ਆਪਣਾ ਸਮਾਂ ਬਤੀਤ ਕਰ ਲਵੋ। ਰਾਤ ਰਾਤ ਤੁਮਰੀ ਆਏ ਦਿਨ ਤੁਰਕ ਪਰੇਂਗੇ ਆਏ। ਕਿਉਂਕਿ ਇਹ ਰਾਤ ਰਾਤ ਦਾ ਸਮਾਂ ਹੀ ਹੈ, ਤੁਹਾਡੇ ਕੋਲ ਆਹੀ ਕੁਝ ਸਮਾਂ 2-4 ਘੰਟਿਆਂ ਦਾ ਹੈ। ਜੇ ਤੁਸੀਂ ਇੱਥੋਂ ਨਿਕਲ ਗਏ ਤੇ ਬਚ ਸਕਦੇ ਹੋ, ਕਿਉਂਕਿ ਸਵੇਰੇ ਲੋ ਲੱਗਣ ਤੋਂ ਪਹਿਲਾਂ ਤਾਂ ਮਲੇਛਾਂ ਨੇ ਤੁਹਾਡੇ ਤੱਕ ਆ ਪਹੁੰਚਣਾ ਹੈ। ਚੋਪਈ ਯੋਂ ਕਹਿ ਕੇ ਵੈ ਤੋ ਮੁੜ ਗਇਓ। ਏਦਾਂ ਖਬਰ ਦੇ ਕੇ ਲਾਹੌਰ ਤੋਂ ਆਇਆ ਜਿਹੜਾ ਸਿੰਘ ਸੀ ਉਹ ਵਾਪਸ ਪਰਤ ਗਿਆ। ਖਬਰ ਦੇ ਕੇ ਉਹਨੇ ਆਪਣੀ ਜ਼ਿੰਮੇਵਾਰੀ ਨਿਭਾ ਲਈ। ਸੁਨੋ ਅੱਗੇ ਜੋ ਤਾਰੇ ਸਿੰਘ ਕਹਿਓ। ਇੱਧਰ ਹੁਣ ਬਾਬਾ ਤਾਰਾ ਸਿੰਘ ਹੋਣਾ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਵੀ ਸੁਣੋ ਖਾਲਸਾ ਜੀ। ਮੁਖ ਤਾਰੇ ਸਿੰਘ ਲਾਲੀ ਆਈ। ਜਦੋਂ ਸੁਣਿਆ ਨਾ ਬਾਬੇ ਤਾਰਾ ਸਿੰਘ ਨੇ ਕਿ ਮੋਮਨ ਖਾਂ ਆ ਰਿਹਾ ਫੌਜਾਂ ਲੈ ਕੇ, ਤੱਕੀ ਬੇਗ ਵਰਗੇ ਜਰਨੈਲ ਆ ਰਹੇ ਨੇ ਚੱਲ ਕੇ, ਬਾਬੇ ਤਾਰਾ ਸਿੰਘ ਵਾਂ ਦੇ ਚਿਹਰੇ ਤੇ ਲਾਲੀ ਆ ਗਈ। ਸੁਣਦਿਆਂ ਸਾਰ ਰੰਗ ਲਾਲ ਹੋ ਗਿਆ, ਚਿਹਰਾ ਲਾਲ ਸੁਰਖ ਹੋ ਗਿਆ। ਹਮ ਆਪ ਚੈ ਤੁਰਕਨ ਸਿਰ ਲਾਈ। ਕਹਿੰਦੇ ਉਹ ਦਿਨ ਆ ਪਹੁੰਚਿਆ ਖਾਲਸਾ ਜੀ ਜਿਹਦੀ ਮੈਂ ਉਡੀਕ ਕਰਦਾ ਸੀ ਕਾਫੀ ਸਮੇਂ ਤੋਂ। ਮੈਂ ਤਾਂ ਆਪ ਆਪਣਾ ਇਹ ਸੁਰ ਤੁਰਕਾਂ ਦੇ ਸਿਰ ਲਾਉਣਾ ਸੀ। ਹਮ ਤੋ ਲਰ ਮਰ ਹੈ ਇਹ ਠਾਈ। ਮੈਂ ਇਹ ਜਗ੍ਹਾ ਛੱਡ ਕੇ ਨਹੀਂ ਜਾਣਾ, ਮੈਂ ਤਾਂ ਇਸੇ ਥਾਂ ਤੇ ਬੂੰਗੇ ਤੇ ਬੈਰੀਆਂ ਨਾਲ ਲੜ ਕੇ ਮਰ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਨੈ ਨਠ ਕੇ ਕਿਤ ਔਰੇ ਜਾਈ। ਇਸ ਜਗ੍ਹਾ ਤੋਂ ਨੱਠ ਕੇ ਭੱਜ ਕੇ ਮੈਂ ਕਿਸੇ ਹੋਰ ਥਾਂ ਹੋਰ ਜਗ੍ਹਾ ਤੇ ਨਹੀਂ ਜਾਣਾ। ਉਹ ਨੈ ਲੇਵੇਂ ਕਿਤ ਚੱਲ ਓਟ। ਤੇ ਨਾ ਹੀ ਮੈਂ ਕਿਸੇ ਹੋਰ ਜਗ੍ਹਾ ਦੀ ਜਾ ਕੇ ਕੋਈ ਓਟ ਲੈਣੀ ਹੈ, ਕਿਸੇ ਹੋਰ ਕਿਲੇ ਦੀ ਜਾਂ ਕਿਸੇ ਜੰਗਲ ਦਾ ਆਸਰਾ ਨਹੀਂ ਲੈਣਾ। ਸਹੇ ਸੀਸ ਅਬ ਕਾਲੇ ਚੋਟ। ਕਾਲ ਦੀ ਜਿਹੜੀ ਇਹ ਚੋਟ ਹੈ ਹੁਣ ਮੈਂ ਆਪਣੇ ਸਿਰ ਤੇ ਸਹਾਂਗਾ, ਆਪਣੇ ਸਿਰ ਤੇ ਝੱਲਾਂਗਾ। ਅਬ ਤੋ ਨਟ ਕਰ ਕਿਤ ਲੁਕ ਪਾਏ। ਹੁਣ ਇੱਥੋਂ ਨੱਠ ਕੇ ਕਿੱਥੇ ਲੁਕ ਕੇ ਬਚਾਂਗੇ ਆਪਾਂ? ਕਿੰਨੀ ਕੁ ਦੇਰ ਬਚ ਸਕਾਂਗੇ ਕਾਲ ਤੋਂ? ਜਹਾਂ ਕਾਲ ਤੇ ਢੂਡੋ ਨਾ ਜਾਏ। ਦੱਸੋ ਇਹੋ ਜੀ ਕਿਹੜੀ ਥਾਂ ਆ ਪੂਰੇ ਵਿਸ਼ਵ ਭਰ ਵਿੱਚ ਜਿੱਥੇ ਕਾਲ ਆ ਕੇ ਲੱਭ ਨਾ ਸਕੇ? ਜਿੱਥੇ ਵੀ ਸੰਸਾਰ ਦੇ ਕਿਸੇ ਥਾਂ ਤੇ ਕੋਨੇ ਤੇ ਚਲੇ ਜਾਓ, ਕਾਲ ਉੱਥੇ ਹੀ ਪਹੁੰਚ ਜਾਂਦਾ। ਕਾਲ ਤੋਂ ਭੱਜ ਕੇ ਕਿੱਥੇ ਬਚਿਆ ਜਾ ਸਕਣਾ ਹੈ? ਜੈ ਜੈ ਜਾਈਏ
ਤਹੀਂ ਤੈ ਕਾਲ। ਜਿੱਥੇ ਜਿੱਥੇ ਵੀ ਜਾਈਏ ਕਾਲ ਉੱਥੇ ਹੀ ਪਹੁੰਚਦਾ, ਉਹ ਅੱਗੇ ਹੀ ਗੱਜਦਾ ਹੈ। ਸਤਿਗੁਰ ਦੀਨੇ ਬਚਨ ਦਿਖਾਲ। ਔਰੇ ਬਚਨ ਬਚਿੱਤਰ ਨਾਟਕ ਦੀ ਪਾਵਨ ਬਾਣੀ ਚ ਖੁਦ ਕਲਗੀਧਰ ਸਵਾਮੀ ਜੀ ਨੇ ਕਹੇ ਨੇ। ਸਵਈਆ ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ। ਕਲਗੀਧਰ ਪਾਤਸ਼ਾਹ ਕਹਿੰਦੇ ਆ, ਭਾਈ ਜੇ ਕਾਲ ਤੋਂ ਭੱਜ ਕੇ ਕੋਈ ਜਗ੍ਹਾ ਹੈ ਬਚਣ ਦੀ ਤਾਂ ਬਚ ਕੇ ਵਿਖਾਓ, ਕਾਲ ਤੋਂ ਭੱਜ ਕੇ ਕਿੱਥੇ ਬਚੋਗੇ। ਤੋ ਕਹਿ ਕੁੰਟ ਕਹੋ ਭੱਜ ਜਈਐ। ਜੇ ਕੋਈ ਕਹੇ ਕਿ ਕਾਲ ਤੋਂ ਭੱਜ ਕੇ ਬਚਿਆ ਜਾ ਸਕਦਾ ਤੇ ਦੱਸੋ 4 ਕੁੰਟਾਂ 4 ਦਿਸ਼ਾਵਾਂ 'ਚ ਕਿਹੜੀ ਇਹੋ ਜੀ ਥਾਂ ਹੈ ਜਿੱਥੇ ਕਾਲ ਤੋਂ ਭੱਜ ਕੇ ਬਚਿਆ ਜਾ ਸਕੇ। ਆਗੇ ਹੂੰ ਕਾਲ ਤਰੇ ਆਸ ਗਾਜਤ। ਜਿੱਥੇ ਵੀ ਜਾਓਗੇ ਕਾਲ ਆਪਣੀ ਤਲਵਾਰ ਲੈ ਕੇ ਸਾਹਮਣੇ ਗੱਜਦਾ ਨਜ਼ਰ ਆਵੇਗਾ। ਛਾਜਤ ਹੈ ਜੇ ਤੇ ਨਸ ਆਈਐ। ਹਰ ਜਗ੍ਹਾ ਤੇ ਉਹ ਛਾਜਿਆ ਹੋਇਆ ਵਿਆਪਕ ਹੈ, ਉਹਦੇ ਤੋਂ ਨਸ ਕੇ ਭੱਜ ਕੇ ਕਿੱਥੇ ਆ ਸਕਦੇ ਹਾਂ ਆਪਾਂ। ਐਸੋ ਨ ਕਹਿ ਗਇਓ ਕੋਈ ਸੋ ਦਾਵਰੇ। ਇਹੋ ਜਿਹਾ ਕੋਈ ਦਾਵ ਨਹੀਂ, ਇਹੋ ਜਿਹਾ ਕੋਈ ਉਪਾਅ ਨਹੀਂ, ਇਹੋ ਜੀ ਕੋਈ ਜੁਗਤ ਨਹੀਂ। ਜਹਾਂ ਉਪਾਵ ਸੋ ਕਾਵ ਬਚਈਐ। ਜਿਹੜੇ ਉਪਾਅ ਨਾਲ ਉਸ ਕਾਲ ਦੇ ਘਾਵ ਤੋਂ ਬਚਿਆ ਜਾ ਸਕੇ, ਕੋਈ ਇਹੋ ਜਿਹਾ ਦਾ ਨਹੀਂ ਜਿਹਦੇ ਨਾਲ ਕਾਲ ਤੋਂ ਬਚਾ ਕੀਤਾ ਜਾ ਸਕੇ। ਜਾਂ ਤੇ ਨਾ ਛੁਟੀਐ ਮੂੜ ਕਹੂੰ। ਏ ਮੂਰਖ ਮਨੁੱਖ, ਜਿਸ ਕਾਲ ਤੋਂ ਛੁੱਟਿਆ ਹੀ ਨਹੀਂ ਜਾ ਸਕਦਾ, ਜਿਸ ਕਾਲ ਤੋਂ ਬਚਿਆ ਹੀ ਨਹੀਂ ਜਾ ਸਕਦਾ। ਹਸਤਾਂ ਕੀ ਨਾ ਕਿਉ ਸ਼ਰਣਾਗਤ ਜਈਐ। ਜੇ ਉਹ ਕਾਲ ਆਵੇ ਤੇ ਫਿਰ ਹੱਸ ਕੇ ਉਸ ਕਾਲ ਦੀ ਸ਼ਰਨ 'ਚ ਕਿਉਂ ਨਾ ਜਾਈਏ। ਜੇ ਉਹ ਕਾਲ ਆ ਹੀ ਰਿਹਾ ਤੇ ਫਿਰ ਹੱਸ ਕੇ ਖਿੜੇ ਮੱਥੇ ਉਸ ਕਾਲ ਦੀ ਸ਼ਰਨ ਵਿੱਚ ਕਿਉਂ ਨਾ ਜਾਈਏ। ਇਹ ਬਚਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ ਨੇ। ਬਾਬਾ ਤਾਰਾ ਸਿੰਘ ਜੀ ਵਾਂ ਕਹਿੰਦੇ, ਕਿਹੜੀ ਇਹੋ ਜੀ ਥਾਂ ਹੈ ਜਿੱਥੇ ਕਾਲ ਤੋਂ ਭੱਜ ਕੇ ਬਚ ਜਾਵਾਂਗੇ। ਜੇ ਇੱਥੋਂ ਚਲੇ ਜਾਈਏ ਵਾਂ ਪਿੰਡ ਛੱਡ ਕੇ ਕਿਸੇ ਬਨ ਜੰਗਲ 'ਚ, ਕਿ ਉੱਥੇ ਜਾ ਕੇ ਕਾਲ ਨਹੀਂ ਆਉਣਾ। ਉੱਥੇ ਕੋਈ ਸੱਪ ਡਸ ਲੇ ਤਾਂ ਮੌਤ ਨਹੀਂ ਹੋ ਸਕਦੀ, ਕੋਈ ਜਾਨਵਰ ਮਾਰ ਦੇ ਜਾਂ ਹੋਰ ਕੋਈ ਬਿਮਾਰੀ ਲੱਗ ਜੇ, ਮੌਤ ਤਾਂ ਉੱਥੇ ਵੀ ਆ ਜਾਣੀ ਹੈ। ਜੇ ਉੱਥੇ ਵੀ ਮੌਤ ਆਉਣੀ ਹੈ ਤੇ ਫਿਰ ਇਹੋ ਜੀ ਮੌਤ ਕਿ ਜੰਗ ਦੇ ਮੈਦਾਨ 'ਚ ਜੂਝ ਕੇ ਯੋਧਿਆਂ ਵਾਂਗੂ ਸੂਰਮਿਆਂ ਵਾਂਗੂ ਲੜ ਕੇ ਮੌਤ ਨੂੰ ਪ੍ਰਾਪਤ ਕਰਨਾ, ਐਸੀ ਸ਼ਹੀਦੀ ਪ੍ਰਾਪਤ ਕਰਨ ਦਾ ਦਾਅ ਛੱਡ ਕੇ ਕਿਵੇਂ ਜਾਈਏ। ਦੋਹਰਾ ਮੋਮਨ ਚੜਿਓ ਸਿੰਘਨ ਪੈ ਸੰਗ ਲੈ ਕਈ ਸਰਦਾਰ। ਇਧਰ ਬਾਬਾ ਤਾਰਾ ਸਿੰਘ ਹੋਣਾ ਨੇ ਇਦਾਂ ਤਿਆਰੀ ਕੀਤੀ ਹੋਈ ਆ, ਮਰਨਾ ਮੰਡਿਆ ਹੋਇਆ। ਉਧਰੋਂ ਮੋਮਨ ਖਾਂ ਆਪਣੇ ਨਾਲ 2200 ਘੋੜ ਸਵਾਰਾਂ ਸਮੇਤ ਆਪਣੇ ਚੰਗੇ ਚੰਗੇ ਜਰਨੈਲ 94 ਜਿਹੜੇ ਉਹਦੇ ਯੋਧੇ ਸਨ, ਉਹਨਾਂ ਨੂੰ ਲੈ ਕੇ ਚੜਿਆ ਲਾਹੌਰ ਤੋਂ। ਮੋਹਰੇ ਰਾਤ ਸੋ ਉਨ ਲਈ ਬੇਖਬਰ ਹੋਏ ਸਿੰਘ ਮਾਰ। ਇਹਨੇ ਤਿਆਰੀ ਕੀਤੀ ਵੀ ਦਿਨੇ ਦਿਨੇ ਪਹਿਲਾਂ ਪੈਂਡਾ ਤੈਅ ਕਰਕੇ ਰਾਤ ਨੂੰ ਹਮਲਾ ਕਰਨਾ ਹੈ ਤਾਰਾ ਸਿੰਘ ਵਾਂ ਦੇ ਪਿੰਡ ਤੇ। ਰਾਤ ਨੂੰ ਜਦੋਂ ਹਮਲਾ ਕਰਾਂਗੇ ਬੇਖਬਰ ਹੋਣਗੇ ਸਿੰਘ, ਰਾਤ ਨੂੰ ਸੁੱਤੇ ਪਏ ਤੇ ਸੁੱਤੇ ਪਿਆਂ ਨੂੰ ਮਾਰ ਲਵਾਂਗੇ। ਇਹ ਵਿਉਂਤਬੰਦੀ ਕਰਕੇ ਜਿਹੜਾ ਇਹ ਮੋਮਨ ਖਾਂ ਚੱਲਿਆ। ਤੋ ਸੋ ਉਪਲ ਗੋਤ ਜੱਟ ਮਿਲਿਓ ਕਮੰਡੋ ਜਾਏ। ਇਹ ਆ ਰਹੇ ਸੀ, ਰਾਤ ਦਾ ਸਮਾਂ ਸੀ, ਅੱਧੀ ਕੁ ਰਾਤ ਦਾ ਵੇਲਾ ਹੋਵੇਗਾ ਤੇ ਇਹਨਾਂ ਨੂੰ ਰਸਤਾ ਨਹੀਂ ਸੀ ਲੱਭਦਾ ਵੀ ਵਾਂ ਪਿੰਡ ਨੂੰ ਰਸਤਾ ਕਿਹੜਾ ਜਾਂਦਾ ਹੈ। ਅਚਾਨਕ ਰਸਤੇ ਦੇ ਵਿੱਚ ਇੱਕ ਉੱਪਲ ਗੋਤ ਦਾ ਜ਼ਿਮੀਂਦਾਰ ਵੀਰ ਜਿਹਦਾ ਨਾਂ ਸੀ ਕਮੰਡਾ, ਉਹ ਇਹਨਾਂ ਨੂੰ ਟੱਕਰ ਪਿਆ ਰਸਤੇ ਵਿੱਚੋਂ, ਮੋਮਨ ਖਾਂ ਨੂੰ ਮਿਲ ਗਿਆ। ਤਾਰੈ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ। ਉਹਨਾਂ ਨੇ ਪੁੱਛਿਆ, ਭਾਈ ਤੂੰ ਜਾਣਦਾ ਤਾਰਾ ਸਿੰਘ ਵਾਂ ਦਾ ਡੇਰਾ ਕਿਹੜੇ ਪਾਸੇ ਹੈ? ਉਹ ਵਾਂ ਪਿੰਡ ਦੇ ਨੇੜੇ ਤੇੜੇ ਹੀ ਸੀ, ਪਰ ਉਹਨਾਂ ਨੂੰ ਡੇਰਾ ਨਹੀਂ ਸੀ ਲੱਭਦਾ ਬਾਬੇ ਤਾਰਾ ਸਿੰਘ ਦਾ। ਰਾਤ ਦਾ ਜੋ ਸਮਾਂ ਸੀ, ਕਮੰਡੇ ਨੂੰ ਕਹਿੰਦੇ ਆ, ਜਿਹੜਾ ਉਹ ਕਮੰਡਾ ਉੱਪਲ ਸੀ, ਕਹਿਣ ਲੱਗੇ ਤੂੰ ਜਾਣਦਾ ਤਾਰਾ ਸਿੰਘ ਵਾਂ ਦਾ ਘਰ ਕਿੱਥੇ ਆ, ਡੇਰਾ ਕਿੱਥੇ ਆ? ਉਹ ਕਹਿੰਦਾ ਹਾਂ ਮਹਾਰਾਜ ਹਜੂਰ ਮੈਂ ਜਾਣਦਾ ਹਾਂ, ਚਲੋ ਮੈਂ ਤੁਹਾਨੂੰ ਚੱਲ ਕੇ ਵਿਖਾਵਾਂ। ਚੋਪਈ ਸੋ ਮੋਮਨ ਨੇ ਮੋਹਰੇ ਲਾਇਓ। ਮੋਮਨ ਖਾਂ ਨੇ ਉਹਨੂੰ ਆਪਣੇ ਮੂਹਰੇ ਟੋਰ ਲਿਆ ਵੀ ਤੂੰ ਅੱਗੇ ਅੱਗੇ ਟੁਰ ਕੇ ਸਾਨੂੰ ਰਸਤਾ ਦੱਸ। ਉਨ ਸਿੰਘਨ ਤੇ ਕੁਛ ਖੁੰਝਾਇਓ। ਉਹ ਹੁਣ ਸਿੰਘਾਂ ਨਾਲ ਥੋੜਾ ਬਹੁਤਾ ਹਿੱਤ ਵੀ ਰੱਖਦਾ ਸੀ।
ਉਹਨੇ ਸੋਚਿਆ ਵੀ ਸਿੱਧਾ ਲੈ ਕੇ ਗਿਆ, ਇਹਨਾਂ ਜਾ ਕੇ ਝਟ ਹਮਲਾ ਕਰ ਦੇਣਾ। ਉਹਨੂੰ ਇਹ ਸੀ ਵੀ ਸ਼ਾਇਦ ਕਿਤੇ ਸਿੰਘਾਂ ਨੂੰ ਖਬਰੇ ਪਤਾ ਕਿ ਨਹੀਂ ਪਤਾ, ਡੇਰੇ ਦੇ ਵਿੱਚ ਉਹਨਾਂ ਨੂੰ ਖਬਰ ਹੈ ਕਿ ਨਹੀਂ। ਇਹਨੇ ਜਾਣ ਬੁੱਝ ਕੇ ਨਾ ਰਸਤਾ ਜਿਹੜਾ ਸੀ ਹੋਰ ਰਸਤਿਓਂ ਪਾ ਲਿਆ। ਸਿੱਧੇ ਰਸਤੇ ਆਉਣ ਦੀ ਬਜਾਏ ਮੋਮਨ ਖਾਂ ਨੂੰ ਵਲੇ ਵਾਲਾ ਜਿਹੜਾ ਰਸਤਾ ਹੁੰਦਾ ਨਾ, ਵਲ ਪਾ ਕੇ ਆਉਣ ਵਾਲਾ, ਉਸ ਰਸਤਿਓਂ ਪਾ ਲਿਆ। ਉਨ ਦਈ ਤੁਰਕ ਪਰ ਡੱਲੇ ਚਾਲ। ਲਾਗੇ ਡੱਲ ਪਿੰਡ ਸੀ ਕੁਝ ਦੂੜੀ ਪਰਾ ਡੱਲ ਤੋਂ। ਉਹ ਕਹਿੰਦੇ ਡੱਲੇ ਪਿੰਡ ਦੇ ਉੱਤੇ ਉਹਨੇ ਲੈ ਕੇ ਉਸ ਪਾਸੇ ਨੂੰ ਚਲਾ ਗਿਆ। ਕਿਤ ਹੁਤੋ ਪੁਰਾਤਨ ਬੈਰ ਉਨ ਨਾਲ। ਉਹ ਜਿਹੜਾ ਘਮੰਡਾ ਸੀ ਉਹਦਾ ਡੱਲੇ ਪਿੰਡ ਵਾਲਿਆਂ ਦੇ ਨਾਲ ਕੋਈ ਵੈਰ ਸੀ। ਉਹਨੇ ਆਖਿਆ ਨਾਲੇ ਪਿੰਡ ਤੇ ਇਹਨਾਂ ਦਾ ਹਮਲਾ ਕਰਾ ਦਿਆਂਗਾ, ਨਾਲੇ ਆਪਣਾ ਵੈਰ ਕੱਢ ਲਵਾਂਗਾ, ਨਾਲੇ ਉਧਰ ਸਿੰਘਾਂ ਨੂੰ ਥੋੜਾ ਜਿਹਾ ਸਮਾਂ ਮਿਲ ਜਾਏਗਾ, ਉਹਨਾਂ ਨੂੰ ਵੀ ਖਬਰ ਹੋ ਜਾਏਗੀ ਕਿ ਦੁਸ਼ਮਣ ਆ ਗਿਆ। ਅੱਕੇ ਸਿੰਘ ਉਨ ਭਲਾ ਤਕਾਇਓ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਮੈਨੂੰ ਇਸ ਗੱਲ ਦੀ ਖਬਰ ਨਹੀਂ ਵੀ ਉਹ ਜਾਣ ਬੁੱਝ ਕੇ ਬੜਾ ਪਾ ਕੇ ਕਿਉਂ ਲੈ ਕੇ ਗਿਆ ਉਹਨਾਂ ਨੂੰ। ਉਹ ਸਿੰਘਾਂ ਦਾ ਭਲਾ ਤੱਕਦਾ ਸੀ ਤਾਂ ਲੈ ਕੇ ਗਿਆ, ਜਾਂ ਉਸ ਪਿੰਡ ਵਾਲਿਆਂ ਨਾਲ ਕੋਈ ਵੈਰ ਸੀ, ਡੱਲ ਪਿੰਡ ਵਾਲਿਆਂ ਨਾਲ ਵੀ ਉਹਨਾਂ ਦੇ ਨਾਲ ਕੋਈ ਵੈਰ ਕੱਢਣਾ ਸੀ ਤਾਂ ਲੈ ਕੇ ਗਿਆ। ਕਹਿੰਦੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਦੋਵਾਂ ਵਿੱਚੋਂ ਇੱਕ ਮਸਲਾ ਕੀ ਹੈ, ਪਰ ਉਹ ਲੈ ਕੇ ਜ਼ਰੂਰ ਗਿਆ, ਵੜਾ ਪਾ ਕੇ ਲੈ ਕੇ ਗਿਆ ਮੋਮਨ ਖਾਂ ਹੋਣਾ ਨੂੰ। ਅਕੈ ਨੱਠ ਲੁਕਨ ਕੋ ਬਿਲਮ ਲਗਾਇਓ। ਉਹ ਡੱਲ ਪਿੰਡ ਤੇ ਵਾਂ ਨੇੜੇ ਨੇੜੇ ਹੀ ਨੇ ਨਾ, ਉਹਨੇ ਸਿੱਧਾ ਡੇਰੇ ਤੇ ਲਿਜਾਣ ਦੀ ਬਜਾਏ ਡੱਲ ਵਾਲੇ ਪਾਸੇ ਨੂੰ ਪਾ ਲਿਆ ਜਾਣ ਕੇ। ਤੋ ਉਸ ਪਾਸੇ ਨੂੰ ਲੈ ਕੇ ਉਹਨੇ ਸੋਚਿਆ ਵੀ ਸਿੰਘਾਂ ਦਾ ਵੀ ਉਧਰ ਭਲਾ ਹੋ ਜਾਏ ਤੇ ਇਧਰ ਮੇਰਾ ਵੀ ਵੈਰ ਨਿਕਲ ਜਾਏਗਾ। ਉਨ ਸਿੰਘਨ ਵੱਲ ਦਈ ਖਬਰ ਕਲਾਏ। ਘਮੰਡੇ ਦੇ ਨਾਲ ਉਹਦਾ ਇੱਕ ਸਾਥੀ ਸੀ, ਓਲੇ ਜੀ ਉਹਦੀ ਕੰਨ ਦੇ ਵਿੱਚ ਇਹਨੇ ਕਿਹਾ ਵੀ ਤੂੰ ਬਾਬੇ ਤਾਰਾ ਸਿੰਘ ਦੇ ਡੇਰੇ ਜਾ ਕੇ ਉਹਨਾਂ ਨੂੰ ਖਬਰ ਦੇ ਦੇ ਕਿ ਫੌਜਾਂ ਆ ਗਈਆਂ ਨੇ ਤੇ ਮੈਂ ਉਹਨਾਂ ਨੂੰ ਜਾਣ ਬੁੱਝ ਕੇ ਵੜਾ ਪਾ ਕੇ ਲੈ ਕੇ ਆ ਰਿਹਾ ਡੇਰੇ ਵਾਲੇ ਪਾਸੇ, ਤੇ ਉਹਨੇ ਨੂੰ ਅੱਗੋਂ ਤਿਆਰੀ ਕਰ ਲੈਣ। ਮੋਮਨ ਖਾਂ ਨੂੰ ਆਖਿਆ ਜੀ ਇਹ ਮੇਰਾ ਭਰਾ ਆ ਤੇ ਮੈਂ ਇਹਨੂੰ ਭੇਜ ਦਿਆਂ ਘਰ, ਰਾਤ ਦਾ ਵੇਲਾ ਤੇ ਤੁਹਾਨੂੰ ਮੈਂ ਲੈ ਚੱਲਦਾ। ਏਦਾਂ ਆਪਣੇ ਭਰਾ ਨੂੰ, ਕੋਈ ਭਰਾ ਸੀ ਜਾਂ ਨੌਕਰ ਸੀ, ਕਹਿੰਦੇ ਉਹਨੂੰ ਭੇਜ ਦਿੱਤਾ ਬਾਬੇ ਤਾਰਾ ਸਿੰਘ ਨੂੰ ਖਬਰ ਦੇਣ ਲਈ। ਤੂੰ ਤਾਰਾ ਸਿੰਘ ਅਬ ਨੱਠ ਜਾਏ। ਤੇ ਜਾ ਕੇ ਆਖੀ ਤਾਰਾ ਸਿੰਘ ਨੂੰ ਕਿ ਉਹ ਛੱਡ ਕੇ ਡੇਰਾ ਨੱਠ ਜਾਵੇ, ਚਲਾ ਜਾਏ। ਤੁਰਕ ਫੌਜ ਮੁੜ ਜਾਊਗੋ ਲਾਹੌਰ। ਤੇ ਉਸ ਵੇਲੇ ਉਹ ਗਿਆ, ਉਹਨੇ ਜਾ ਕੇ ਖਬਰ ਦਿੱਤੀ ਤਾਰਾ ਸਿੰਘ ਜੀ ਮੈਨੂੰ ਘਮੰਡੇ ਉੱਪਰ ਨੇ ਭੇਜਿਆ ਤੇ ਫੌਜਾਂ ਆ ਗਈਆਂ ਨੇ ਤੇ ਉਹ ਜਾਣ ਕੇ ਉੱਪਰਲੇ ਪਾਸਿਓਂ ਡੱਲ ਪਿੰਡ ਵਾਲੇ ਪਾਸਿਓਂ ਲੈ ਕੇ ਆ ਰਿਹਾ ਫੌਜ ਨੂੰ, ਤੇ ਤੁਸੀਂ ਇੱਥੋਂ ਕਿਸੇ ਤਰੀਕੇ ਨਿਕਲ ਜਾਓ, ਇੱਥੋਂ ਚਲੇ ਜਾਓਗੇ ਤੇ ਤੁਰਕ ਵਾਪਸ ਜਿਹੜੇ ਨੇ ਉਹ ਲਾਹੌਰ ਚਲੇ ਜਾਣਗੇ। ਆਏ ਬਹੀ ਤੂੰ ਫਿਰੇ ਤਠੌਰ। ਜਦੋਂ ਤੁਰਕ ਵਾਪਸ ਲਾਹੌਰ ਪਰਤ ਗਏ ਤੇ ਤੁਸੀਂ ਫੇਰ ਆ ਕੇ ਇੱਥੇ ਬਹਿ ਜਾਇਓ। ਇੱਕ ਸਾਇਤ ਬਚੇ ਤੋ ਬਰਸ ਬਚਾਏ। ਸਿਆਣੇ ਕਹਿੰਦੇ ਆ ਵੀ ਜੇ ਇੱਕ ਘੜੀ ਦਾ ਬਚਾਅ ਹੋ ਜਾਏ ਤੇ ਸਮਝ ਲਓ ਸਾਲਾਂ ਬੱਧੀ ਬਚ ਗਏ। ਇੱਕ ਘੜੀ 'ਚ ਬਚਾਅ ਹੋ ਜਾਏ ਤੇ ਸਾਲਾਂ ਬੱਧੀ ਬਚ ਜਾਈਦਾ। ਕਾਹੇ ਅਕਾਰਥ ਜਾਨ ਗਵਾਏ। ਬਾਬਾ ਤਾਰਾ ਸਿੰਘ ਜੀ ਤੁਸੀਂ ਕਿਉਂ ਅਕਾਰਥ ਆਪਣੀ ਜਾਨ ਗਵਾਉਂਦੇ ਹੋ? ਤੋ ਸਿੰਘ ਜੀ ਉਸ ਕੀਆ ਸਮੋਦ। ਅੱਗੋਂ ਬਾਬਾ ਤਾਰਾ ਸਿੰਘ ਜੀ ਉਹਨੂੰ ਸੰਬੋਧਨ ਕਰਕੇ ਬੋਲੇ, ਕਹਿਣ ਲੱਗੇ ਸ਼ਾਬਾਸ਼ ਪਾਈ ਤੇਰੀ ਬੋਧ। ਕਹਿੰਦੇ ਸ਼ਾਬਾਸ਼ ਹੈ ਘਮੰਡੇ ਉੱਪਲ ਦੇ, ਉਹਦੀ ਬੁੱਧੀ ਦੇ ਵੀ ਉਹਨੇ ਸਾਡਾ ਭਲਾ ਤੱਕਿਆ, ਉਹਨੇ ਸਾਨੂੰ ਤਿਆਰੀ ਕਰਨ ਵਾਸਤੇ ਜਾਣ ਬੁੱਝ ਕੇ ਫੌਜ ਨੂੰ ਗੇੜਾ ਪਾਇਆ, ਵੜਾ ਪਾਇਆ। ਕਹਿੰਦੇ ਉਹਨੂੰ ਸ਼ਾਬਾਸ਼ ਹੈ। ਇਤਨਕ ਤੁਮ ਤੈਂ ਅੱਛੀ ਸਰੀ। ਪਰ ਅਸੀਂ ਤਾਂ ਤਿਆਰੀ ਪਹਿਲਾਂ ਹੀ ਕਰੀ ਬੈਠੇ ਆ, ਇੰਨਾ ਕੰਮ ਜਿਹੜਾ ਉਹਨੇ ਕੀਤਾ ਉਹ ਵੀ ਚੰਗਾ ਕੀਤਾ, ਉਹਦੇ ਕੋਲੋਂ ਚੰਗਾ ਸਰਿਆ। ਭਾਈਚਾਰੇ ਕੀ ਸਾਂਝ ਚਿਤ ਕਫੀ। ਚਲੋ ਉਹਨੇ ਭਾਈਚਾਰੇ ਦੀ ਸਾਂਝ ਤਾਂ ਰੱਖੀ ਹੈ ਨਾ ਸਾਡੇ ਨਾਲ। ਇਹ ਤਾਂ ਨੇ ਵੀ ਫੌਜ ਨੂੰ ਆਖਿਆ ਸਿੱਧਾ ਲੈ ਚੱਲਦਾ, ਉਹਨੇ ਸਾਡੇ ਨਾਲ ਕੁਝ ਤਾਂ ਭਾਈਚਾਰਕ ਸਾਂਝ ਨਿਭਾਈ ਹੈ। ਉਹ ਵੜਾ ਪਾ ਕੇ ਫੌਜ ਨੂੰ ਲੈ ਕੇ ਆ ਰਿਹਾ, ਇੰਨਾ ਹੀ ਉਹਦਾ ਧੰਨਵਾਦ ਹੈ। ਦੋਹਰਾ ਜੋ ਤੁਮ ਕਹੀ ਸੋ ਭਲ ਕਹੀ ਹੈ, ਯਹੀ ਹੈ ਸੱਚੀ ਬਾਤ। ਜਿਹੜੀ ਗੱਲ ਉਹਨੇ ਕਹੀ ਹੈ ਵੀ ਅਸੀਂ ਇੱਥੋਂ ਚਲੇ ਜਾਈਏ ਤੇ ਫੌਜ ਆਪੇ ਟੱਕਰਾਂ ਮਾਰ ਕੇ ਮੁੜ ਜਾਏਗੀ, ਮੁੜ ਕੇ ਫੇਰ ਆ ਕੇ ਵਸ ਜਾਾਂਗੇ, ਉਹਨੇ ਇਹ ਗੱਲ ਕਹੀ ਹੈ ਤਾਂ ਭਲੀ, ਉਹਨੇ ਸਾਡੇ ਵੀ ਭਲੇ ਦੀ ਕਹੀ ਹੈ। ਹਮੇ ਸ਼ਹੀਦੀ ਚਿਤ ਤਰੀ
ਹਮ ਨਠਨੇ ਕਿਤ ਜਾਤ। ਪਰ ਅਸੀਂ ਜਾਣਾ ਹੀ ਨਹੀਂ, ਕਿਉਂਕਿ ਅਸੀਂ ਤਾਂ ਸ਼ਹੀਦੀ ਪਾਉਣ ਵਾਸਤੇ ਆਪਣੇ ਚਿੱਤ 'ਚ ਠਾਨੀ ਬੈਠੇ ਆਂ, ਔਰ ਅਸੀਂ ਇੱਥੋਂ ਨੱਠ ਕੇ ਕਿਤੇ ਨਹੀਂ ਜਾਣਾ। ਅਸੀਂ ਤਾਂ ਇੱਥੇ ਰਹਿ ਕੇ ਵੈਰੀਆਂ ਨੂੰ ਮਾਰ ਕੇ ਸ਼ਹੀਦੀਆਂ ਪਾਉਣੀਆਂ ਨੇ। ਚੋਪਈ ਜੋ ਹਮ ਅਬ ਨਠ ਜਾਨ ਬਚਾਵੇ। ਜੇ ਹੁਣ ਅਸੀਂ ਇੱਥੋਂ ਨੱਠ ਕੇ ਭੱਜ ਕੇ ਆਪਣੀ ਜਾਨ ਬਚਾ ਲਈਏ, ਫਿਰ ਚਾਹੇ ਹਮ ਇਹਾਂ ਹੀ ਆਵੇ। ਫਿਰ ਭਾਵੇਂ ਅਸੀਂ ਮੁੜ ਕੇ ਇੱਥੇ ਹੀ ਆ ਜਾਈਏ। ਜੇ ਨੱਠ ਕੇ ਜਾਨ ਬਚਾ ਵੀ ਲਈ, ਤੁਰਕ ਭੱਜ ਜਾਣਗੇ, ਵਾਪਸ ਮੁੜ ਜਾਣਗੇ, ਤੇ ਅਸੀਂ ਦੁਬਾਰਾ ਇੱਥੇ ਆ ਕੇ ਜੇ ਵਸ ਵੀ ਗਏ, ਲਾਵੇਂ ਬੋਲੀ ਗਿਰਦ ਭਾਈਚਾਰੋ। ਤੇ ਲੋਕ ਸਾਡੇ ਤੇ ਤਾਨੇ ਮਾਰਨਗੇ ਵੀ ਵੱਡਾ ਬਹਾਦਰ ਟੁਰਿਆ ਫਿਰਦਾ ਸੀ ਤਾਰਾ ਸਿੰਘ, ਦੁਸ਼ਮਣ ਆਇਆ ਤੇ ਡੇਰਾ ਛੱਡ ਕੇ ਭੱਜ ਗਿਆ ਸੀ। ਕਹਿੰਦੇ ਇਹ ਬੋਲੀ ਬਰਦਾਸ਼ਤ ਕਰਨ ਨਾਲੋਂ ਚੰਗਾ ਮੈਂ ਸ਼ਹੀਦੀ ਪਾ ਜਾਵਾਂ। ਲੋਕਾਂ ਦੀ ਇਹ ਬੋਲੀ ਥੋੜੀ ਸੁਣਨੀ ਆ ਫਿਰ, ਕਿ ਲੋਕ ਬਾਅਦ ਵਿੱਚ ਬੋਲੀਆਂ ਮਾਰਨ, ਤਾਨੇ ਮਾਰਨ, ਉਹ ਤਾਨਾ ਅਸੀਂ ਨਹੀਂ ਸੁਣਨਾ। ਇਮ ਹਮ ਕਰੇ ਨ ਜਾਨ ਪਿਆਰੋ। ਇਸ ਕਰਕੇ ਸਾਨੂੰ ਸਾਡੀ ਜਿੰਦ ਪਿਆਰੀ ਨਹੀਂ, ਸਾਨੂੰ ਸਾਡੀ ਜਾਨ ਪਿਆਰੀ ਨਹੀਂ। ਅਸੀਂ ਇਹ ਆਪਣੀ ਜਿੰਦ ਗੁਰੂ ਕਲਗੀਧਰ ਤੋਂ ਵਾਰਨੀ ਹੈ। ਉੱਡ ਡਲ ਵਾਲਨ ਖਬਰੇ ਪਈ। ਉਧਰ ਡੱਲ ਪਿੰਡ ਵਾਲਿਆਂ ਨੂੰ ਜਦੋਂ ਖਬਰ ਹੋਈ ਵੀ ਮੋਮਨ ਖਾਂ ਸਾਡੇ ਪਿੰਡ ਵੱਲ ਆ ਰਿਹਾ ਹੈ, ਮਿਲੇ ਦੌੜ ਸੋ ਆਗੇ ਜਾਈ। ਉਹ ਭੱਜ ਕੇ ਅੱਗੇ ਆ ਕੇ ਮਿਲੇ ਵੀ ਜੇ ਸਾਡੇ ਪਿੰਡ ਵੜ ਗਿਆ, ਫੌਜਾਂ ਨੇ 2200 ਉਹਨਾਂ ਤੇ ਸਾਡਾ ਪਿੰਡ ਵਜਾੜ ਦੇਣਾ ਸਾਰਾ। ਡੱਲ ਪਿੰਡ ਵਾਲੇ ਜਿਹੜੇ ਸਾਨੂੰ ਅੱਗੇ ਆ ਕੇ ਮੋਮਨ ਖਾਂ ਨੂੰ ਮਿਲੇ, ਹਮ ਰਈਅਤ ਖੁਦ ਪਾਤਸ਼ਾਹੀ। ਕਹਿਣ ਲੱਗੇ ਮੋਮਨ ਖਾਂ ਜੀ, ਅਸੀਂ ਤੁਹਾਡੀ ਸ਼ਰਨ ਚ ਹਾਂ, ਅਸੀਂ ਤਾਂ ਤੁਹਾਡੀ ਰਈਅਤ ਹਾਂ, ਖੁਦ ਪਾਤਸ਼ਾਹ ਦੀ ਰਈਅਤ ਹਾਂ। ਹਮ ਮੈਂ ਰਾਠ ਸਿੰਘ ਚੋਰ ਕੋ ਨਾਈ। ਇਹ ਸਾਡਾ ਪਿੰਡ ਡੱਲ ਹੈ, ਜਿਹੜਾ ਤਾਰਾ ਸਿੰਘ ਆ ਉਹ ਵਾਂ ਪਿੰਡ ਚ ਰਹਿੰਦਾ, ਉਹ ਦੂਜਾ ਪਿੰਡ ਹੈ। ਸਾਡੇ ਵਿੱਚੋਂ ਨਾ ਕੋਈ ਰਾਠ ਹੈ, ਨਾ ਕੋਈ ਸਿੰਘ ਹੈ, ਤੇ ਨਾ ਹੀ ਕੋਈ ਤੁਹਾਡਾ ਚੋਰ ਹੈ। ਤੋਲੋ ਸਿੰਘਨ ਨਗਾਰਾ ਕਰਾਇਆ। ਚਲੋ ਕਿਸੇ ਤਰੀਕੇ ਉਹ ਜਿਹੜਾ ਲੈ ਕੇ ਗਿਆ ਸੀ ਘਮੰਡਾ, ਉਹ ਤਾਂ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਇਧਰੋਂ ਵੱਡਾ ਰਸਤਾ ਸੀ ਖੁੱਲਾ, ਉਧਰੋਂ ਲੈ ਕੇ ਜਾਂਦਾ ਸੀ। ਚਲੋ ਕਿਸੇ ਤਰੀਕੇ ਉਹਨੇ ਵੀ ਵੇਖਿਆ ਵੀ ਉਹ ਤਾਂ ਚਾਹੁੰਦਾ ਸੀ ਵੀ ਇਹਨਾਂ ਨਾਲ ਵੀ ਵੈਰ ਨਿਕਲ ਜੇ ਤੇ ਨਾਲੇ ਉਧਰ ਬਾਬੇ ਤਾਰਾ ਸਿੰਘ ਹੁਣਾਂ ਦਾ ਵੀ ਭਲਾ ਹੋ ਜਾਏ। ਉਹਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨੇ ਚਾਹੇ ਸੀ। ਖੈਰ ਇੰਨੇ ਨੂੰ ਇੱਧਰ ਸਿੰਘਾਂ ਦਾ ਨਗਾਰਾ ਜਿਹੜਾ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਬਣਾਇਆ ਸੀ, ਨਗਾਰੇ ਤੇ ਸਿੰਘਾਂ ਨੇ ਚੋਭਾ ਮਾਰ ਦਿੱਤੀਆਂ। ਸੋ ਤੁਰਕਨ ਨੇ ਵੈ ਸੁਨ ਪਾਇਆ। ਜਦੋਂ ਨਗਾਰੇ ਦੀ ਗਰਜ, ਸਿੰਘਾਂ ਦੀ ਨਗਾਰੇ ਦੀ ਆਵਾਜ਼ ਤੁਰਕਾਂ ਦੇ ਕੰਨੀ ਪਈ, ਤੋ ਇਮਲੀਨੋ ਤੁਰਕਨ ਜਾਨ। ਤੁਰਕਾਂ ਨੇ ਸਮਝ ਲਿਆ ਵੀ ਉਹ ਡੇਰਾ ਤਾਂ ਉਸ ਪਾਸੇ, ਆਵਾਜ਼ ਉਧਰੋਂ ਆਉਂਦੀ ਹੈ। ਆਏ ਸਿੰਘਨ ਕੋ ਅਗੇ ਮਕਾਨ। ਉਹ ਚੱਲ ਕੇ ਆਏ ਤੇ ਸਿੰਘਾਂ ਦਾ ਜਿੱਥੇ ਪੜਾ ਸੀ ਬਾਬੇ ਤਾਰਾ ਸਿੰਘ ਦਾ ਬੂੰਗਾ, ਉੱਥੇ ਪਹੁੰਚ ਗਏ। ਭਜਾਏ ਕੋੜੇ ਕੋ ਪੁਜਿਓ ਪਠਾਨ। ਵੇਖੋ ਉਹਨਾਂ ਤੁਰਕਾਂ ਵਿੱਚ ਵੀ ਕੋਈ ਇੱਕ ਪਠਾਨ ਸੀ ਜਿਹੜਾ ਸਿੰਘਾਂ ਦਾ ਭਲਾ ਲੋੜਦਾ ਸੀ। ਉਹ ਇੱਕ ਪਠਾਨ ਰਾਤ ਦਾ ਹਨੇਰਾ ਸੀ, ਉਹਨੇ ਘੋੜਾ ਭਜਾਇਆ। ਹਨੇਰੇ ਵਿੱਚ ਵੀ ਇਹਨਾਂ ਨੂੰ ਪਤਾ ਵੀ ਨਾ ਲੱਗੇ, ਤੇ ਜੇ ਪਤਾ ਲੱਗ ਵੀ ਗਿਆ ਤੇ ਮੈਂ ਕਹਾਂਗਾ ਵੀ ਮੈਂ ਅੱਗੇ ਗਿਆ ਪਹਿਲਾਂ ਡੇਰਾ ਵੇਖਣ। ਇੱਕ ਪਠਾਨ ਨੇ ਘੋੜਾ ਭਜਾਇਆ ਤੇ ਭਜਾ ਕੇ ਬਾਬੇ ਤਾਰਾ ਸਿੰਘ ਵੱਲ ਆਇਆ। ਬੈਠੇ ਸਿੰਘ ਕਿਮ ਗਵਾਵੋ ਜਾਨ। ਉਹਨੇ ਜਾ ਕੇ ਆਖਿਆ, ਖਾਲਸਾ ਜੀ ਕਿਉਂ ਬੈਠੇ ਹੋ ਇੱਥੇ ਡੇਰੇ 'ਚ, ਕਿਉਂ ਆਪਣੀ ਜਾਨ ਨਹੀਂ ਬਚਾਉਂਦੇ ਭੱਜ ਕੇ? ਦੌੜ ਲੁਕੋ ਅਬ ਝਾੜਨ ਮਾਏ। ਜਾਓ ਇੱਥੋਂ ਚਲੇ ਜਾਓ, ਮੈਂ ਵੀ ਦੁਸ਼ਮਣਾਂ ਦੇ ਨਾਲ ਹੀ ਆਇਆ, ਪਰ ਮੈਂ ਤੁਹਾਡਾ ਭਲਾ ਮੰਗਦਾ। ਤੁਸੀਂ ਇੱਥੋਂ ਭੱਜ ਕੇ ਕਿਤੇ ਝਾੜ ਵਿੱਚ, ਜੰਗਲ 'ਚ ਲੁਕ ਕੇ ਆਪਣੀ ਜਾਨ ਬਚਾ ਲਵੋ। ਕਰੀ ਖਬਰ ਮੈਂ ਆਨ ਤੁਸਾਈ। ਮੈਂ ਤੁਹਾਨੂੰ ਆ ਕੇ ਖਬਰ ਦੇ ਦਿੱਤੀ ਆ, ਮੈਂ ਆਪਣਾ ਫਰਜ਼ ਨਿਭਾ ਦਿੱਤਾ। ਦੋਹਰਾ ਤਾਰੇ ਸਿੰਘ ਜੀ ਉਸ ਕਿਓ, ਸ਼ਾਬਾਸ ਭਾਈ ਜੀ ਤੋਹੇ। ਬਾਬੇ ਤਾਰਾ ਸਿੰਘ ਨੇ ਆਖਿਆ, ਪਠਾਨ ਸਾਹਿਬ ਧੰਨਵਾਦ ਹੈ ਤੁਹਾਡਾ ਤੇ ਸ਼ਾਬਾਸ਼ ਹੈ ਤੁਹਾਨੂੰ ਕਿ ਤੁਸੀਂ ਸਾਡਾ ਭਲਾ ਲੋੜਿਆ ਤੇ ਸਾਨੂੰ ਦੱਸਣ ਵਾਸਤੇ ਪਹੁੰਚੇ। ਸ਼ਾਬਾਸ਼ ਹੈ ਤੁਹਾਡੇ ਭਾ ਕਿ ਤੁਸੀਂ ਆ ਕੇ ਸਾਡੀ ਮਦਦ ਵਾਸਤੇ ਸਾਨੂੰ ਸੁਨੇਹਾ ਦਿੱਤਾ। ਅਬ ਹਮ ਨਟ ਕੇ ਕਿਤ ਲੁਕੇ, ਹਮ ਸ਼ਹੀਦ ਇਹਾਂ ਹੀ ਹੋਏ। ਅਸੀਂ ਇੱਥੋਂ ਨੱਠ ਕੇ ਕਿੱਥੇ ਲੁਕਣਾ, ਅਸੀਂ ਤਾਂ ਹੁਣ ਇੱਥੇ ਹੀ ਸ਼ਹੀਦੀਆਂ ਪਾਉਣੀਆਂ ਨੇ। ਚੋਪਈ ਅੱਗੇ ਸਿੰਘਨ ਟੈਲ ਸਿੰਘਨ ਕਮਾਵਤ। ਬਾਬਾ ਤਾਰਾ ਸਿੰਘ ਜੀ ਇੰਨੇ ਗੁਰਮੁਖ ਰੂਹ ਸੀ
ਕਿ ਅੱਗੇ ਅੰਮ੍ਰਿਤ ਵੇਲੇ ਉੱਠ ਕੇ ਨਾ ਰੋਜ਼ ਸਿੰਘਾਂ ਨੂੰ ਬਾਬਾ ਤਾਰਾ ਸਿੰਘ ਜੀ ਨੇ ਜਲ ਲਿਆ ਕੇ ਜਲ ਗੇੜਨਾ, ਖੂਹ ਤੋਂ ਜਲ ਭਰ ਕੇ ਤੇ ਸਿੰਘਾਂ ਨੂੰ ਇਸ਼ਨਾਨ ਕਰਾਇਆ ਕਰਦੇ ਸੀ। ਇਹ ਰੋਜ਼ ਦਾ ਨੇਮ ਸੀ ਬਾਬੇ ਤਾਰਾ ਸਿੰਘ ਹੋਣਾ ਦਾ ਕਿ ਜਿੰਨੇ ਸਿੰਘ ਡੇਰੇ 'ਚ ਰਹਿੰਦੇ ਸੀ ਉਹਨਾਂ ਸਾਰਿਆਂ ਨੂੰ ਇਸ਼ਨਾਨ ਕਰਾਉਂਦੇ ਸਨ। ਭਰ ਦੇ ਗਏ ਜਲ ਇਸ਼ਨਾਨ ਕਰਾਵਤ, ਵੱਡੀਆਂ ਵੱਡੀਆਂ ਦੇਗਾਂ ਜਲ ਨਾਲ ਭਰ ਦੇਣੀਆਂ ਤੇ ਸਿੰਘਾਂ ਨੂੰ ਇਸ਼ਨਾਨ ਕਰਾਉਣਾ। ਔਰ ਸਿੰਘਨ ਸਿੰਘ ਜੀ ਸੋ ਕਈ, ਅੱਜ ਵੀ ਬਾਬਾ ਤਾਰਾ ਸਿੰਘ ਜੀ ਨੇ ਆਖਿਆ ਵੀ ਫੌਜ ਆ ਰਹੀ ਹੈ, ਇਸ਼ਨਾਨ ਪਾਨ ਵੀ ਸਿੰਘਾਂ ਨੇ ਕਰਨਾ ਸੀ ਨਾ। ਕਹਿੰਦੇ ਅੱਜ ਬਾਬਾ ਤਾਰਾ ਸਿੰਘ ਜਦੋਂ ਪਾਣੀ ਭਰਨ ਲੱਗੇ ਨਾ ਵੀ ਨਿਤਨੇਮ ਨਾ ਖੁੰਝੇ ਜਲ ਦਾ ਇਸ਼ਨਾਨ ਦਾ, ਤਾਂ ਉਸ ਵੇਲੇ ਬਾਕੀ ਸਿੰਘਾਂ ਨੇ ਬੇਨਤੀ ਕੀਤੀ ਬਾਬਾ ਤਾਰਾ ਸਿੰਘ ਨੂੰ, ਤੁਮ ਬਹੁ ਟਹਿਲ ਅੱਗੇ ਕਰ ਲਈ। ਕਹਿੰਦੇ ਬਾਬਾ ਜੀ ਅੱਗੇ ਰੋਜ਼ ਤੁਸੀਂ ਟਹਿਲ ਕਰਦੇ ਹੋ, ਬੜੀ ਸੇਵਾ ਪਹਿਲਾਂ ਤੁਸੀਂ ਕੀਤੀ ਹੈ, ਅਬ ਹਮ ਟਹਿਲ ਚੈ ਕਰੀ ਤੁਮਾਰੀ। ਅੱਗੇ ਤੁਸੀਂ ਸਾਨੂੰ ਇਸ਼ਨਾਨ ਕਰਾਉਂਦੇ ਹੋ, ਅੱਜ ਸਾਡਾ ਮਨ ਹੈ ਵੀ ਅਸੀਂ ਤੁਹਾਨੂੰ ਇਸ਼ਨਾਨ ਕਰਾਈਏ ਬਾਬਾ ਜੀ, ਤੁਹਾਡਾ ਇਸ਼ਨਾਨ ਅੱਜ ਅਸੀਂ ਕਰਾਈਏ, ਜਿਵੇਂ ਲਾੜੇ ਨੂੰ ਇਸ਼ਨਾਨ ਕਰਾਈਦਾ ਏਦਾਂ ਅਸੀਂ ਤੁਹਾਡਾ ਇਸ਼ਨਾਨ ਕਰਾਈਏ। ਹੋਏ ਪਵਿੱਤਰ ਅਬ ਦੇਹ ਹਮਾਰੀ, ਜਦੋਂ ਤੁਹਾਡਾ ਇਸ਼ਨਾਨ ਅਸੀਂ ਕਰਾਵਾਂਗੇ ਤੇ ਸਾਡੀਆਂ ਦੇਹਾਂ ਏਦਾਂ ਹੀ ਪਵਿੱਤਰ ਹੋ ਜਾਣਗੀਆਂ। ਤੋ ਸਿੰਘ ਜੀ ਉਨ ਕਹੀ ਸੁਨਾਏ, ਅੱਗੋਂ ਬਾਬਾ ਤਾਰਾ ਸਿੰਘ ਜੀ ਨੇ ਜਵਾਬ ਦਿੱਤਾ ਤੇ ਬੋਲੇ, ਕਹਿਣ ਲੱਗੇ, ਦੇਹ ਪਵਿੱਤਰ ਹੋਏ ਸ਼ਸਤਰ ਲਗਾਏ। ਕਹਿੰਦੇ ਸਿੰਘੋ ਇਹ ਦੇਹ ਉਦੋਂ ਪਵਿੱਤਰ ਹੁੰਦੀ ਹੈ ਜਦੋਂ ਰਣ ਭੂਮੀ ਦੇ ਵਿੱਚ ਜੰਗ ਦੇ ਮੈਦਾਨ 'ਚ ਸਰੀਰ ਤੇ ਸ਼ਸਤਰਾਂ ਦਾ ਫੱਟ ਲੱਗਦਾ, ਉਦੋਂ ਇਹ ਦੇਹ ਪਵਿੱਤਰ ਹੁੰਦੀ ਹੈ, ਉਦੋਂ ਇਹ ਕਾਇਆ ਪਵਿੱਤਰ ਹੁੰਦੀ ਹੈ। ਦੋਹਰਾ ਜਸ ਦੁਆਰ ਕੇ ਦਾਗ ਲਗ ਦੇਹ ਪਵਿੱਤਰ ਹੋਏ। ਕਹਿੰਦੇ ਦਵਾਰਕਾ ਦੇ ਵਿੱਚ ਨਾ ਛਾਪਾ ਲਾਉਂਦੇ ਆ ਪਿੰਡੇ ਦੇ ਉੱਤੇ, ਤੇ ਉੱਥੇ ਛਾਪਾ ਲਵਾ ਕੇ ਕਹਿੰਦੇ ਆ ਵੀ ਸਾਡਾ ਦੇਹ ਜਿਹੜਾ ਸਰੀਰ ਹੈ ਇਦਾਂ ਛਾਪਾ ਲਵਾਉਣ ਨਾਲ ਪਵਿੱਤਰ ਹੋ ਜਾਂਦਾ ਹੈ। ਕਹਿੰਦੇ ਉਹਨਾਂ ਦਾ ਇਹ ਮੰਨਣਾ, ਹਿੰਦੂ ਵੀਰਾਂ ਦਾ ਜਿਹੜੇ ਭਗਵਾਨ ਕ੍ਰਿਸ਼ਨ ਜੀ ਨੂੰ ਮੰਨਦੇ ਆ, ਉਹ ਦਵਾਰਕਾ ਵਿੱਚ ਜਾ ਕੇ ਆਪਣੇ ਤਨ ਦੇ ਉੱਤੇ ਛਾਪਾ ਲਵਾ ਕੇ ਸਰੀਰ ਪਵਿੱਤਰ ਹੋਇਆ ਮੰਨਦੇ ਨੇ। ਤੈਸੇ ਸ਼ਸਤਰ ਕੇ ਲਗ ਪਾਪ ਦੇਹੋਂ ਰਾਏ ਤੋਏ। ਪਰ ਕਹਿੰਦੇ ਅਸੀਂ ਇਹ ਮੰਨਦੇ ਆ, ਖਾਲਸਾ ਇਹ ਮੰਨਦਾ ਕਿ ਜੰਗ ਦੇ ਮੈਦਾਨ 'ਚ ਜਦੋਂ ਇਸ ਦੇਹ ਦੇ ਉੱਤੇ ਸ਼ਸਤਰ ਵੱਜਦਾ, ਉਸ ਵੇਲੇ ਸਰੀਰ ਦੇ ਜਿਤਨੇ ਪਾਪ ਨੇ ਸੜ ਕੇ ਸਵਾਹ ਹੋ ਜਾਂਦੇ ਨੇ ਔਰ ਸਰੀਰ ਪਵਿੱਤਰ ਹੋ ਜਾਂਦਾ ਹੈ। ਚੌਪਈ ਤੋ ਹੁਤੋ ਸਿੰਘ ਜੀ ਜਲ ਲੈਣ ਗਏ। ਕਹਿੰਦੇ ਸਿੰਘ ਜੀ ਉਸ ਵੇਲੇ ਜਲ ਲੈਣ ਗਏ ਹੋਏ ਸਨ ਬਾਬਾ ਤਾਰਾ ਸਿੰਘ ਜੀ। ਆਵਤ ਤੁਰਕ ਉਨੇ ਲਖ ਲਏ, ਇਹਨੇ ਨੂੰ ਨਿਗਾਹ ਪੈ ਗਈ ਕਿ ਤੁਰਕ ਆ ਗਏ ਹਨ। ਮੁੜ ਸਿੰਘ ਜੀ ਸਭ ਸਿੰਘਨ ਸੁਨਾਈ, ਸਾਰੇ ਸਿੰਘਾਂ ਨੂੰ ਜਾ ਕੇ ਸੁਣਾਇਆ, ਖਾਲਸਾ ਜੀ ਵੈਰੀ ਆ ਰਿਹਾ, ਜਿਨ ਨਠਨੋ ਨਠ ਜਾਵੋ ਭਾਈ। ਹਾਲੇ ਵੀ ਵੇਲਾ ਵੈਰੀ ਨੂੰ ਆਉਂਦਿਆਂ ਹਾਲੇ ਘੜੀਆਂ 2 ਘੜੀਆਂ ਲੱਗਣਗੀਆਂ, ਤੁਹਾਡੇ ਕੋਲ ਸਮਾਂ, ਜਿਹਨੇ ਨੱਠਣਾ ਹੁਣ ਨੱਠ ਸਕਦਾ ਹੈ। ਵੇਖੋ ਬਾਬਾ ਜੀ ਐਨ ਮੌਕੇ ਤੇ ਵੀ ਆਫਰ ਦੇ ਰਹੇ ਨੇ, ਇਹ ਨਾ ਹੋਵੇ ਵੀ ਉਧਰ ਜੰਗ ਛਿੜ ਜਾਏ ਤੇ ਮੁੜ ਕੇ ਤੁਸੀਂ ਭੱਜਣ ਡੈ ਪੋ। ਕਹਿੰਦੇ ਹੁਣੇ ਹੀ ਨੱਠ ਜੋ ਜਿਹਨੇ ਨੱਠਣਾ, ਅਕੇ ਸ਼ਸਤਰ ਫੜ ਬਾਹਰ ਹੋ, ਨਹੀਂ ਤਾਂ ਫਿਰ ਸ਼ਸਤਰ ਪਕੜ ਕੇ ਰਣ ਭੂਮੀ 'ਚ ਜੰਗ ਦੇ ਮੈਦਾਨ 'ਚ ਬਾਹਰ ਆ ਜਾਓ, ਡਟ ਜਾਓ। ਛੱਡ ਓਟ ਰਣ ਭੂਮ ਖਲੋਵੋ, ਤੇ ਆ ਓਟ ਛੱਡ ਕੇ ਕੰਧ ਦਾ ਆਸਰਾ ਲੈ ਕੇ ਨਹੀਂ ਲੜਨਾ, ਰਣ ਭੂਮੀ ਵਿੱਚ ਵੈਰੀ ਦੇ ਸਾਹਮਣੇ ਛਾਤੀਆਂ ਢਾ ਕੇ ਖਲੋ ਕੇ ਲੜਨਾ ਹੈ। ਸੁਨ ਸਿੰਘ ਤੁਰੇ ਮੈਦਾਨੇ ਦਾਏ, ਸੁਣਦਿਆਂ ਸਾਰ ਸਿੰਘ ਕਮਰ ਕੱਸੇ ਕਰਕੇ ਮੈਦਾਨ ਜਿਹੜਾ ਸੀ ਬਾਹਰਲੇ ਪਾਸੇ ਖੁੱਲਾ ਥਾਂ ਸੀ ਬੂੰਗੇ ਤੋਂ ਉੱਥੇ ਆ ਗਏ। ਛੋੜ ਓਟ ਰਣ ਭੂਮ ਖੜੇ ਜਾਏ, ਕਿਸੇ ਸਿੰਘ ਨੇ ਕੋਈ ਕੰਧ ਦਾ ਓਟ ਆਸਰਾ ਨਹੀਂ ਲਿਆ, ਰਣ ਭੂਮੀ 'ਚ ਰੜੇ ਮੈਦਾਨ ਚਾਣ ਖਲੋਤੇ ਨੇ, ਰਾਤ ਦਾ ਵੇਲਾ ਹੈ। ਦੋਹਰਾ ਉਤਤੇ ਤੁਰਕ ਤੋ ਆਏ ਪਏ, ਬਜਾਏ ਧੌਂਸ ਨਗਾਰ। ਕਹਿੰਦੇ ਉਧਰੋਂ ਤੁਰਕ ਆ ਪਹੁੰਚੇ, ਉਹਨਾਂ ਨੇ ਧੌਂਸੇ ਨਗਾਰੇ ਵਜਾਏ। ਕਰੇ ਦੁਤਰਫੋਂ ਮਰ ਮਾਰ ਸੈਂਚੀ ਜੈਸ ਖਿਡਾਰ। ਕਹਿੰਦੇ ਜਦੋਂ ਤੁਰਕ ਉਧਰੋਂ ਆਏ, ਇਧਰੋਂ ਸਿੰਘ ਵੀ ਮਾਰੋ ਮਾਰ ਕਰਦੇ ਆ, ਜਿਵੇਂ ਕੋਈ ਸੌਂਚੀ, ਜਿਵੇਂ ਅੱਜ ਕੱਲ ਕਬੱਡੀ ਦੀ ਖੇਡ ਹੁੰਦੀ ਆ ਨਾ, ਪੁਰਾਣੇ ਵੇਲਿਆਂ 'ਚ ਸੌਂਚੀ ਦੀ ਖੇਡ ਹੁੰਦੀ ਸੀ।
ਕਹਿੰਦੇ ਸੌਂਚੀ ਦੀ ਖੇਡ ਖੇਡਦਿਆਂ ਬੋਲਦਿਆਂ ਮਾਰ ਲੋ ਕਰਦਿਆਂ ਆ ਰਹੇ ਨੇ। ਚੌਪਈ ਪ੍ਰਥਮ ਬੁਲਾਕਾ ਸਿੰਘ ਅੱਗਿਓਂ ਤਾਇਓ। ਪਹਿਲਾਂ ਭਾਈ ਬੁਲਾਕਾ ਸਿੰਘ ਜੀ ਜੰਗ ਦੇ ਮੈਦਾਨ 'ਚ ਮੂਹਰੇ ਆਏ ਹਨ। ਫੜ ਤੇਗੋ ਤਿੰਨ ਬਹੁ ਤਨ ਲਾਇਓ। ਤੇਗਾ ਪਕੜ ਕੇ ਰਣ ਭੂਮੀ 'ਚ ਵੈਰੀਆਂ ਦੇ ਬਹੁਤਿਆਂ ਸਰੀਰਾਂ ਨੂੰ ਜ਼ਖਮੀ ਫੱਟੜ ਕੀਤਾ, ਕਈਆਂ ਨੂੰ ਮਾਰਿਆ ਭਾਈ ਬੁਲਾਕਾ ਸਿੰਘ ਨੇ। ਅੱਗਿਓਂ ਲੱਗਿਓ ਤਿਸ ਛਾਤੀ ਤੀਰ। ਕਹਿੰਦੇ ਅੱਗੋਂ ਵੈਰੀਆਂ ਨੇ ਤੀਰ ਚਲਾਏ, ਭਾਈ ਬੁਲਾਕਾ ਸਿੰਘ ਦੀ ਛਾਤੀ 'ਚ ਤੀਰ ਵੱਜੇ। ਭਇਓ ਪ੍ਰਿਥਮੇ ਸੋਈ ਬਹੀਰ। ਇਹਨਾਂ 22 ਸਿੰਘਾਂ ਵਿੱਚੋਂ ਸਭ ਤੋਂ ਪਹਿਲਾਂ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਬੁਲਾਕਾ ਸਿੰਘ ਨੇ। ਖੜ ਜਾਏ ਸਿੰਘਨ ਢੇਰੀ ਬਨ ਲਈ। ਕਹਿੰਦੇ ਸਿੰਘ ਖਲੋ ਗਏ ਤੇ ਜਿਵੇਂ ਇਕੱਠੇ ਜੇ ਹੋ ਕੇ ਢੇਰੀ ਨਹੀਂ ਬੰਨ ਲੈਂਦੇ, ਏਦਾਂ ਸਿੰਘ ਇਕੱਠੇ ਹੋ ਕੇ ਖਲੋ ਗਏ, ਪੜ ਬੰਨ ਲਿਆ। ਜਿਮ ਕਰ ਖੇਡ ਸੌਂਚੀ ਕੀ ਠਈ। ਜਿਵੇਂ ਸੌਂਚੀ ਦੀ ਖੇਡ ਖੇਡਦੇ ਹੁੰਦੇ ਆ, ਏਦਾਂ ਖਲੋ ਗਏ। ਉਤ ਤੇ ਤੁਰਕ ਹੱਲੋ ਕਰ ਆਵੇਂ। ਉਧਰੋਂ ਤੁਰਕ ਹੱਲੇ ਤੇ ਹੱਲਾ ਕਰਦੇ ਆ ਰਹੇ ਨੇ। ਇਤ ਤੈ ਸਿੰਘ ਉਨ ਮੋੜ ਹਟਾਵੇਂ। ਇਧਰੋਂ ਸਿੰਘ ਉਹਨਾਂ ਦੇ ਹੱਲੇ ਨੂੰ ਮੋੜ ਕੇ ਹਟਾ ਦਿੰਦੇ ਹਨ। ਗਰਦ ਗੁਬਾਰ ਦੋਏ ਵੱਲ ਤੈ ਪਈ। ਕਹਿੰਦੇ ਦੋਹਾਂ ਪਾਸਿਓਂ ਵਾਰ ਹੁੰਦੇ ਨੇ, ਹਨੇਰਾ ਪਿਆ ਹੋਇਆ। ਉਤੀ ਰਾਤ ਜਨ ਅੰਧੇਰੀ ਆਈ। ਕਹਿੰਦੇ ਹਨੇਰੀ ਰਾਤ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ। ਉਤ ਕਰ ਹੱਲੇ ਤੁਰਕ ਘੋੜੇ ਚਲਾਵਨ। ਉਧਰੋਂ ਹੱਲੇ ਕਰਕੇ ਤੁਰਕ ਆਪਣੇ ਘੋੜੇ ਟੋਰਦੇ ਨੇ ਅੱਗੇ। ਮਾਰ ਸਿੰਘਨ ਚੇ ਫੇਟਨ ਗਿਰਾਵਨ। ਕਹਿੰਦੇ ਘੋੜਿਆਂ ਨਾਲ ਸਿੰਘਾਂ ਨੂੰ ਫੇਟਾਂ ਮਾਰ ਕੇ ਘੋੜਿਆਂ ਦੇ ਪੈਰਾਂ ਨਾਲ ਦਰੜ ਕੇ ਮਾਰ ਦਈਏ ਸਿੰਘਾਂ ਨੂੰ। ਅੱਗਿਓਂ ਉਨ ਸਿੰਘ ਮੁਖ ਕੱਟ ਡਾਰੇ। ਜਦੋਂ ਘੋੜੇ ਲੈ ਕੇ ਆਏ ਮੂਰੇ, ਸਿੰਘਾਂ ਨੇ ਘੋੜਿਆਂ ਦੇ ਮੂੰਹ ਹੀ ਵੱਢ ਸੁੱਟੇ, ਕਈਆਂ ਘੋੜਿਆਂ ਦੇ ਮੂੰਹ ਹੀ ਨੇਜਿਆਂ ਨਾਲ ਪਰੋ ਦਿੱਤੇ। ਗਿਰੇ ਤਾਈ ਬੋ ਥੱਕ ਕੇ ਹਾਰੇ। ਤੇ ਕਹਿੰਦੇ ਉੱਤੇ ਬੈਠੇ ਸਵਾਰ ਘੋੜਿਆਂ ਨੇ ਉਹ ਥੱਲ ਕੇ ਜ਼ਮੀਨ ਤੇ ਸੁੱਟ ਦਿੱਤੇ। ਕਿਛਕ ਗਿਰੇ ਵੈ ਆਪਸ ਮਾਏ। ਕਈ ਹਨੇਰਾ ਹੋਣ ਕਰਕੇ ਆਪਸ ਵਿੱਚ ਵੀ ਕਿਤੇ ਸਾਡੇ 'ਚ ਸਿੰਘ ਵੜ ਗਏ ਨੇ। ਇੰਨਾ ਜ਼ਿਆਦਾ ਹਨੇਰਾ ਸੀ, ਆਪਸ ਵਿੱਚ ਹੀ ਲੜ ਕੇ ਕੱਟ ਕੇ ਡਿੱਗਣ ਲੱਗੇ। ਇਮ ਕਰ ਰੁਕ ਗਏ ਉਨ ਕੋ ਰਾਹੋ। ਕਹਿੰਦੇ ਏਦਾਂ ਜਿਹੜਾ ਅਗਲਾ ਰਾਹ ਸੀ ਉਹ ਰੁਕ ਗਿਆ, ਢੇਰ ਜਿਹਾ ਲੱਗ ਗਿਆ। ਕੁਝ ਘੋੜੇ ਮਰੇ ਪਏ ਨੇ ਅੱਗੇ ਤੇ ਕੁਝ ਉਹਨਾਂ ਦੀਆਂ ਯੋਧਿਆਂ ਦੀਆਂ ਲਾਸ਼ਾਂ ਡਿੱਗ ਕੇ ਜਿਵੇਂ ਕੋਈ ਕਿਲਾ ਜਿਹਾ ਨਹੀਂ ਬਣ ਜਾਂਦਾ, ਕੰਧ ਜੀ ਬਣ ਜਾਂਦੀ ਹੈ, ਏਦਾਂ ਅੱਗੋਂ ਓਟ ਬਣ ਗਈ। ਦੋਹਰਾ ਤੈਂ ਦੋਏ ਵੱਲ ਤੇ ਅੜ ਪੇੜੈ। ਗਿਰ ਗਿਰ ਰੁਕ ਗਈ ਠੌਰ। ਕਹਿੰਦੇ ਦੋਹਾਂ ਪਾਸਿਓਂ ਅੜ ਕੇ ਭਿੜਦੇ ਨੇ, ਦੋਹਾਂ ਪਾਸਿਓਂ ਪੈਰ ਅੜਾ ਕੇ ਯੋਧੇ ਲੜਦੇ ਨੇ। ਕਰ ਕਰ ਹੱਲੇ ਜੇ ਆਵੇਂ ਪਰੇ ਉਹਨੇ ਪਰ ਧੋੜ। ਕਹਿੰਦੇ ਜਿਹੜੇ ਦੌੜ ਕੇ ਆਉਂਦੇ ਆ ਵੈਰੀ ਹੱਲਾ ਕਰਕੇ ਸਿੰਘਾਂ ਉੱਤੇ, ਤੇ ਸਿੰਘ ਦੌੜ ਕੇ ਉਹਨਾਂ ਤੇ ਹੱਲਾ ਕਰਕੇ ਮਾਰਦੇ ਨੇ। ਚੌਪਈ ਕਿਛ ਉਨ ਕੈ ਉਨ ਸ਼ਸਤਰ ਲਾਗੇ। ਕਹਿੰਦੇ ਕੁਝ ਸ਼ਸਤਰ ਉਹਨਾਂ ਨੂੰ ਆਪਸ ਵਿੱਚ ਹੀ ਲੱਗਦੇ ਨੇ। ਜਦੋਂ ਤੀਰ ਵਗੈਰਾ ਚਲਾਉਂਦੇ, ਗੋਲੀਆਂ ਚਲਾਉਂਦੇ, ਤੇ ਉਹਨਾਂ ਨੂੰ ਆਪੋ ਵਿੱਚ ਹੀ ਉਹ ਸ਼ਸਤਰ, ਕਿਉਂਕਿ ਉਹਨਾਂ ਦੀ ਗਿਣਤੀ ਵੱਧ ਹੈ, ਸਿੰਘ ਥੋੜੇ ਨੇ, ਉਹਨਾਂ ਦੇ ਆਪਣੇ ਬੰਦਿਆਂ ਨੂੰ ਹੀ ਉਹਨਾਂ ਦੇ ਵੱਜੇ ਤੀਰ ਚੱਲਦੇ ਹਨ। ਕਿਛ ਸਿੰਘ ਪੀ ਮਾਰੇ ਹੋਏ ਆਗੇ। ਕੁਝ ਸਿੰਘ ਅੱਗੇ ਜਾ ਕੇ ਮਾਰਦੇ ਨੇ, ਮੂਹਰੇ ਹੋ ਕੇ ਉਹਨਾਂ ਨੂੰ ਵੱਢਦੇ ਹਨ। ਦੋ ਤਰਫ ਤੇ ਮਚ ਗਿਓ ਘਾਣ। ਦੋਹਾਂ ਪਾਸਿਓਂ ਘਾਣ ਮਚ ਗਿਆ, ਘਮਾਸਾਨ। ਥੱਕ ਗਏ ਦੁਵੱਲੋਂ ਲਾਲਾ ਤਾਣ। ਦੋਹਾਂ ਪਾਸਿਓਂ ਲਾਲਾ ਤਾਣ ਥੱਕ ਗਏ, ਇੱਕ ਵਾਰੀ ਹੰਬ ਗਏ ਯੋਧੇ। ਤੀਰੀ ਤੀਰੀ ਵੱਲ ਦੋ ਤੈ ਹੋਈ। ਦੋਹਾਂ ਪਾਸਿਓਂ ਪਹਿਲਾਂ ਤਾਂ ਗਰਮੋ ਗਰਮੀ ਲੜਾਈ ਹੋਈ, ਫਿਰ ਥੋੜੀ ਜੀ ਮੱਠੀ ਪੈ ਗਈ ਬਾਅਦ ਵਿੱਚ। ਛੋਟੀ ਹਥਿਆਰੀ ਆਵੇ ਨਾ ਕੋਈ। ਕਹਿੰਦੇ ਛੋਟੇ ਹਥਿਆਰਾਂ ਨਾਲ ਨਹੀਂ ਕੋਈ ਲੜਦਾ, ਵੱਡੇ ਹਥਿਆਰਾਂ ਨਾਲ, ਨੇਜਿਆਂ, ਬਰਛਿਆਂ, ਤੀਰਾਂ ਨਾਲ ਹੀ ਲੜਦੇ ਨੇ। ਤੀਰ ਬੰਦੂਕ ਖੜ ਦੂਰੋਂ ਚਲਾਵੇ। ਦੂਰੋਂ ਹੀ ਖਲੋ ਕੇ ਤੀਰ ਤੇ ਬੰਦੂਕ ਚਲਾਉਂਦੇ ਨੇ। ਇਸ ਬਿਦ ਸਿੰਘਨ ਮਾਰ ਗਿਰਾਵੇ। ਉਹਨਾਂ ਕੋਲ ਤੀਰ ਬੰਦੂਕ ਨੇ, ਸਿੰਘਾਂ ਕੋਲ ਬੰਦੂਕਾਂ ਨਹੀਂ ਹਨ। ਦੂਰੋਂ ਹੀ ਬੰਦੂਕਾਂ ਤੇ ਤੀਰ ਮਾਰ ਕੇ ਸਿੰਘਾਂ ਨੂੰ ਮਾਰਦੇ ਹਨ। ਹੁਤ ਬੰਦੂਕ ਤਮਾਂਚੇ ਸਿੰਘਨ ਪੈ ਨਾਈ। ਸਿੰਘਾਂ ਕੋਲ ਨਾ ਕੋਈ ਬੰਦੂਕ ਸੀ ਤੇ ਨਾ ਹੀ ਕੋਈ ਛੋਟਾ ਤਮੰਚਾ ਸੀ। ਪਰ ਉਨ ਕੀ ਗੋਲੀ ਲੰਘ ਉਨ ਪਰ ਪਾਈ। ਪਰ ਪਰਮੇਸ਼ਰ ਦੀ ਖੇਡ, ਉਹਨਾਂ ਦੀਆਂ ਚਲਾਈਆਂ ਗੋਲੀਆਂ ਉਹਨਾਂ ਦੇ ਬੰਦਿਆਂ ਨੂੰ ਹੀ ਬਹੁਤੀਆਂ ਵੱਜਦੀਆਂ ਹਨ। ਤੋ ਮੋਮਨ ਖਾਂ ਨੇੜੇ ਆਇਆ। ਇਹਨੇ ਨੂੰ ਮੋਮਨ ਖਾਂ ਨੇੜੇ ਆਇਆ। ਤੋ ਹੱਲਾ ਤਿਮ ਫੇਰ ਕਰਾਰਾ। ਉਹਨੇ ਇੱਕ ਵਾਰੀ ਫੇਰ
ਫੇਰ ਜ਼ੋਰ ਦਾ ਹੱਲਾ ਕਰਾਇਆ। ਤੋ ਮੁਗਲ ਤਕੀ ਘੋੜ ਚਲਾਇਆ। ਇਹਨਾਂ ਵਿੱਚੋਂ ਇੱਕ ਇਹਨਾਂ ਦਾ ਜਰਨੈਲ ਸੀ ਮੁਗਲ, ਉਹਦਾ ਨਾਂ ਸੀ ਤੱਕੀ ਬੇਗ। ਉਹਨੇ ਘੋੜਾ ਤੇਜ਼ ਕੀਤਾ। ਕਹਾਂ ਤਾਰਾ ਸਿੰਘ ਪੁੱਛ ਤੇ ਆਇਆ। ਉਹ ਅੱਗੇ ਆਇਆ ਘੋੜਾ ਲੈ ਕੇ। ਤੱਕੀ ਬੇਗ ਸਿੰਘਾਂ ਨੂੰ ਆ ਕੇ ਲਲਕਾਰ ਕੇ ਕਹਿੰਦਾ, ਉਹ ਕਿਹੜਾ ਤੁਹਾਡੇ ਚ ਤਾਰਾ ਸਿੰਘ ਵਾਂ, ਦੱਸੋ ਮੈਨੂੰ। ਸਿੰਘ ਜੀ ਕਹਿਓ ਚੱਲ ਆਓ ਅਗਾਰੀ। ਤੇ ਬਾਬਾ ਤਾਰਾ ਸਿੰਘ ਜੀ ਮੂਹਰੇ ਆਏ। ਕਹਿੰਦਾ, ਆ ਜਾ ਪਠਾਣਾ, ਮੈਂ ਆ ਤਾਰਾ ਸਿੰਘ ਵਾਂ ਜਿਹਨੂੰ ਤੂੰ ਲੱਭਦਾ। ਬਿਸ਼ਕ ਚਲਾਓ ਤੂੰ ਪਹਿਲੋਂ ਵਾਰੀ। ਆ ਜਾ ਨੇੜੇ ਆ ਕੇ। ਬਾਬਾ ਤਾਰਾ ਸਿੰਘ ਥੱਲੇ ਪੈਦਲ ਸੀ, ਉਹ ਘੋੜੇ ਤੇ ਸੀਗਾ। ਕਹਿੰਦੇ, ਆ ਜਾ ਪਹਿਲਾਂ ਵਾਰ ਕਰ ਲੈ, ਮੁੜ ਕੇ ਕਿਤੇ ਸੋਚੇ ਵੀ ਤਾਰਾ ਸਿੰਘ ਨੇ ਮੌਕਾ ਨਹੀਂ ਦਿੱਤਾ ਵਾਰ ਕਰਨ ਦਾ। ਛੇੜ ਘੋੜਾ ਉਹਨ ਤੀਰ ਚਲਾਇਆ। ਉਹਨੇ ਛੇੜ ਕੇ ਘੋੜਾ, ਨਿਗਾਹ ਪਈ, ਥੋੜਾ ਜਿਹਾ ਹਨੇਰਾ ਵੀ ਸੀ, ਨਿਗਾਹ ਪਈ ਬਾਬੇ ਤਾਰਾ ਸਿੰਘ ਤੇ ਉਹਨੇ ਘੋੜਾ ਤੇਜ਼ ਕਰਕੇ ਨੇੜੇ ਕੀਤਾ। ਸੀਸ ਮੁੰਡਾਸੇ ਸਿੰਘ ਜੀ ਕੇ ਲਾਇਆ। ਉਹਨੇ ਤਲਵਾਰ ਮਾਰੀ ਤੇ ਬਾਬਾ ਜੀ ਦੇ ਸਿਰ ਦੇ ਉੱਤੇ, ਦੁਮਾਲੇ ਦੇ ਉੱਤੇ ਮੁੰਡਾਸਾ ਜਾਂ ਬੱਧਾ, ਉਹਦੇ ਵਿੱਚ ਉਹਦੀ ਤਲਵਾਰ ਵੱਜੀ। ਝਟ ਕਰ ਘੋੜੇ ਸਿੰਘ ਫੜ ਲਈ ਬਾਗ। ਤੇ ਬਾਬਾ ਤਾਰਾ ਸਿੰਘ ਨੇ ਝਪਟ ਮਾਰ ਕੇ ਘੋੜੇ ਦੀਆਂ ਵਾਗਾਂ ਫੜ ਲਈਆਂ, ਘੋੜਾ ਕਾਬੂ ਕਰ ਲਿਆ। ਇਤੋਂ ਹੁਤੋ ਨਗਾਤ ਸੰਜੋਏ ਬਿਨ ਨਾਗ। ਵੇਖਿਆ ਵੀ ਇਹਦਾ ਤਲਵਾਰ, ਉਹਦੇ ਦਾ ਵਾਰ ਚਲਾ ਗਿਆ। ਜਦੋਂ ਘੋੜੇ ਦੇ ਥੱਲੇ ਆ ਗਏ ਨਾ ਬਾਬਾ ਜੀ, ਹੁਣ ਉੱਤੋਂ ਵਾਰ ਨਹੀਂ ਸੀ ਕਰ ਸਕਦਾ। ਬਾਬਾ ਜੀ ਨੇ ਵੇਖਿਆ ਵੀ ਇਹਦੇ ਤੇ ਵਾਰ ਕਰਨਾ, ਸਰੀਰ ਉਹਦਾ ਸਾਰਾ ਸੰਜੋਅ ਨਾਲ ਮੜਿਆ ਹੋਇਆ ਸੀ। ਵੇਖਿਆ ਸਰੀਰ ਦਾ ਕੋਈ ਹਿੱਸਾ ਖਾਲੀ ਨਹੀਂ, ਲੋਹੇ ਨਾਲ ਮੜਿਆ ਹੋਇਆ। ਦੋਹਰਾ ਬਿਨ ਸੰਜੋਏ ਇਸ ਮੁਗਲ ਕਾ ਪਿੰਡਾ ਨਜ਼ਰ ਨਾ ਆਏ। ਵੇਖਿਆ ਮੁਗਲ ਤੱਕੀ ਬੇਗ ਦਾ ਸਾਰਾ ਸਰੀਰ ਸੰਜੋਅ ਨਾਲ ਮੜਿਆ ਤੇ ਕੋਈ ਤਨ ਦਾ ਬਾਹਰਲਾ ਹਿੱਸਾ ਨਜ਼ਰ ਨਹੀਂ ਆਉਂਦਾ। ਇੱਕ ਮੁਖ ਨੰਗਾ ਲੱਖ ਪਿਪਲਾ ਦਿਓ ਤਸਾਏ। ਬਸ ਉਹ ਜਿੱਥੋਂ ਬੋਲਦਾ ਸੀ ਨਾ ਮੂੰਹ ਤੋਂ, ਉਹੀ ਇੱਕ ਮੂੰਹ ਵਾਲੀ ਥਾਂ ਖਾਲੀ ਨਜ਼ਰ ਆਈ ਬਾਬੇ ਤਾਰਾ ਸਿੰਘ ਨੂੰ। ਤਲਵਾਰ ਦਾ ਪਿਪਲਾ ਜਿਹੜਾ ਹੁੰਦਾ ਅਗਲੇ ਪਾਸਿਓਂ, ਉਹੀ ਉਹਦੇ ਮੂੰਹ ਦੇ ਵਿੱਚ ਧਸਾ ਦਿੱਤਾ ਤੱਕੀ ਬੇਗ ਦੇ। ਮੁੜਿਓ ਤੱਕੀ ਮੁਖ ਜ਼ਖਮ ਖਾਮੋ ਮਨ ਲਿਓ ਪਛਾਨ। ਤੱਕੀ ਬੇਗ ਦੀਆਂ ਜਿਹੜੀਆਂ ਵਾਛਾਂ ਸੀ ਉਹ ਪਾੜ ਗਈਆਂ ਦੋਵੇਂ ਪਾਸਿਓਂ ਤਲਵਾਰ ਨਾਲ। ਜਿਬ ਥੋੜੀ ਜੀ ਵੱਢੀ ਗਈ, ਮੂੰਹ ਚੋਂ ਲਹੂ ਲੁਹਾਨ ਹੋਇਆ, ਪਿੱਛੇ ਨੂੰ ਘੋੜਾ ਮੋੜ ਕੇ ਵਾਪਸ ਪਰਤ ਗਿਆ। ਉੱਚੀ ਖਬਰ ਬੁਲਾਏ ਉਸ ਕਹਾਂ ਖਾਏ ਮੁਖ ਪਾਨ। ਮੋਮਨ ਖਾਨ ਨੇ ਕੋਲ ਬੁਲਾਇਆ, ਸੁਣਿਆ ਵੀ ਤੱਕੀ ਬੇਗ ਅੱਗੇ ਆਇਆ ਸੀ, ਵਾਪਸ ਆਇਆ। ਤੱਕੀ ਬੇਗ ਨੂੰ ਵੇਖਿਆ ਵੀ ਮੂੰਹ ਉਹਦਾ ਖੂਨ ਨਾਲ ਭਰਿਆ ਹੋਇਆ। ਮਖੌਲ ਕਰਦਿਆਂ ਬੋਲਿਆ ਮੋਮਨ ਖਾਂ, ਕਹਿੰਦਾ, ਤੱਕੀ ਬੇਗ ਜੀ, ਪਾਨਾਂ ਦਾ ਬੀੜਾ ਕਿੱਥੋਂ ਖਾ ਕੇ ਆਏ ਹੋ? ਮੂੰਹ ਲਾਲ ਹੋਇਆ ਪਿਆ। ਪਾਨ ਦਾ ਬੀੜਾ ਇੱਥੋਂ ਜੰਗ ਦੇ ਮੈਦਾਨ ਚੋਂ ਕਿੱਥੋਂ ਮਿਲ ਗਿਆ ਤੁਹਾਨੂੰ, ਕਿੱਥੋਂ ਖਾਦਾ ਹੈ? ਚੋਪਈ ਤੋ ਤੱਕੀ ਨਾ ਮੋਮਨ ਸੁਨਾਈ। ਅੱਗੋਂ ਤੱਕੀ ਬੇਗ ਬੋਲਿਆ ਮੋਮਨ ਖਾਨ ਨੂੰ, ਕਹਿੰਦਾ, ਅੱਗੇ ਤਾਰਾ ਸਿੰਘ ਬੈਠਾ ਬੀੜਾ ਬਣਾਈ। ਕਹਿੰਦੇ, ਅੱਗੇ ਤਾਰਾ ਸਿੰਘ ਵਾਂ ਬੈਠਾ ਬੀੜੇ ਬਣਾ ਕੇ ਪਾਨ ਦੇ। ਮੈਂ ਤਾਂ ਖਾਇਆ ਉਹਦੇ ਕੋਲੋਂ ਲੈ ਕੇ, ਤੇਰੀ ਇੱਛਾ ਤੇ ਤੂੰ ਵੀ ਜਾ ਕੇ ਖਾਇਆ, ਤੈਨੂੰ ਕਿਹਨੇ ਰੋਕਿਆ? ਵੰਡਦਾ ਪਿਆ, ਉਹਨੇ ਤਾਂ ਖੁੱਲਾ ਗੱਫਾ ਲਾਇਆ ਹੋਇਆ, ਲੰਗਰ ਲਾਇਆ ਹੋਇਆ, ਜਾ ਕੇ ਛਕ ਲੈ। ਓਏ ਹਿੰਮਤ ਤੋਂ ਅੱਗੇ ਹੋਏ ਖਾਵੋ। ਪਾਰੇ ਪਾਨਾਂ ਦਾ ਬੀੜਾ ਉਹ ਖਾਂਦੇ ਆ ਮੋਮਨ ਖਾਂ ਤਾਰਾ ਸਿੰਘ ਵਰਗਿਆਂ ਕੋਲੋਂ, ਜਿਨ੍ਹਾਂ ਕੋਲੇ ਹਿੰਮਤ ਹੁੰਦੀ ਹੈ ਤੇਰੇ ਚ ਹਿੰਮਤ, ਤੇ ਜਾ ਅੱਗੇ ਜਾ ਕੇ ਖਾਇਆ ਪਾਨਾਂ ਦਾ ਬੀੜਾ ਚਾਬਿਆ। ਦੂਰ ਖੜੇ ਕਿਆ ਬਾਤ ਬਣਾਵੋ। ਇੱਥੇ ਦੂਰ ਖਲੋਤਾ ਟਿਚਰਾਂ ਕਰਦਾ, ਬੈਠਾ ਗੱਲਾਂ ਕਰਦਾ। ਇਤੋਤ ਚੇਲੋ ਉਸ ਪੈ ਖਲੋ। ਉਹਦਾ ਚੇਲਾ ਖੜਾ ਸੀ ਮੋਮਨ ਖਾਂ ਦਾ ਉਹਦੇ ਨੇੜੇ। ਸੁਨਵੈ ਸਿੰਘਨ ਪਰ ਧਾਏ ਚਲੋ। ਉਹ ਉਸੇ ਵੇਲੇ ਹਾਥੀ ਤੇ ਸਵਾਰ ਸੀ। ਉਹਨੇ ਉਸੇ ਵੇਲੇ ਸਿੰਘਾਂ ਤੇ ਹਾਥੀ ਆਪਣਾ ਟੋਰਿਆ ਹੱਲਾ ਕਰਨ ਲਈ। ਕਹਿ ਮਹਾਵਤ ਦਿਓ ਹਾਥੀ ਪਿਲਾਏ। ਮਹਾਵਤ ਨੂੰ ਕਿਹਾ, ਚੱਲ ਹਾਥੀ ਲੈ ਕੇ ਚੱਲ ਤੇ ਸਿੰਘਾਂ ਨੂੰ ਹਾਥੀ ਦੇ ਪੌੜਾਂ ਥੱਲੇ ਮਸਲ ਕੇ ਰੱਖ ਦਈਏ। ਦੋਏ ਦੋਏ ਤੀਰ ਫੜ ਦਏ ਚਲਾਏ। ਉਹਨੇ ਤੀਰ ਕੱਢ ਕੇ ਦੋ ਤੀਰ ਚਾੜ ਕੇ ਕਮਾਨ ਦੀ ਤੰਦੀ ਤੇ ਚਲਾਉਣ ਲੱਗਾ ਸਿੰਘਾਂ ਵੱਲ। ਕਹਿ ਮਹਾਵਤ ਉਨ ਹਾਥੀ ਤੁਰਵਾਇਓ। ਮਹਾਵਤ ਨੂੰ ਕਹਿ ਕੇ ਹਾਥੀ ਟਰਾਉਂਦਾ। ਫੱਟੇ ਥੱਕੇ ਉਨ ਸਿੰਘਨ ਤਕਾਇਓ। ਹੁਣ ਸਿੰਘ ਪਹਿਲਾਂ ਫਟੇ ਜ਼ਖਮੀ ਵੀ ਨੇ ਤੇ ਥੱਕੇ ਵੀ ਨੇ, ਲੜਦਿਆਂ ਰਾਤ ਦੇ ਲੜ ਰਹੇ ਨੇ। ਉਹਨਾਂ ਨੂੰ ਵੇਖਿਆ ਵੀ ਹੁਣ ਇਹ ਕਮਜ਼ੋਰ ਹਨ। ਹੁਣ ਜਾਣਿਓ ਮੈਂ ਉੱਚੇ ਥਾਏ। ਇਹਨੇ ਸੋਚਿਆ ਜਿਹੜਾ ਹਾਥੀ ਤੇ ਬੈਠਾ ਸੀ ਮੋਮਨ ਖਾਂ ਦਾ ਚੇਲਾ,
ਵੀ ਮੈਂ ਹਾਥੀ ਤੇ ਉੱਚੇ ਥਾਂ ਤੇ ਬੈਠਾ, ਉਹ ਥੱਲੇ ਨੀਵੇਂ ਥਾਂ ਤੇ ਨੇ, ਮੇਰਾ ਕੀ ਵਿਗਾੜਨਗੇ। ਮੈਂ ਉੱਤੋਂ ਇਹਨਾਂ ਨੂੰ ਤੀਰ ਮਾਰਾਂ, ਨਾਲੇ ਹਾਥੀ ਦੇ ਪੌੜਾਂ ਥੱਲੇ ਮਿੱਧਾਂ। ਦਿਓਂਗੋ ਹਾਥੀਓ ਸਿੰਘਨ ਮਿਧਾਏ, ਮੈਂ ਹਾਥੀ ਨਾਲ ਇਹਨਾਂ ਸਿੰਘਾਂ ਨੂੰ ਮਿੱਧ ਕੇ ਰੱਖ ਦੇਣਾ। ਦੇਖ ਥੋੜੇ ਸਿੰਘ ਲਾਲੀ ਆਈ, ਜਦੋਂ ਥੋੜੇ ਜੇ ਸਿੰਘ ਵੇਖੇ ਤੇ ਉਹ ਗੁਲਾਮ ਨੂੰ ਵੀ ਲਾਲੀ ਜੀ ਆ ਗਈ ਚਿਹਰੇ ਤੇ, ਵੀ ਬਸ ਹੁਣ ਤਾਂ ਮੈਂ ਮਾਰ ਹੀ ਦੇਣੇ ਨੇ। ਗਿਰਦੇ ਦੇਖਿਓ ਉਨ ਹਾਥੀ ਘੁਮਾਈ, ਉਹਨੇ ਨੇੜੇ ਤੇੜੇ ਗਿਰਦ ਹੋ ਕੇ ਹਾਥੀ ਘੁਮਾਇਆ ਫੇਰਿਆ। ਉਹ ਮਾਰੇ ਦੋਏ ਦੋਏ ਟੁਕ ਤੀਰ, ਦੋ ਦੋ ਤੀਰ ਚਲਾ ਕੇ ਚਲਾਉਂਦਾ ਛੱਡਦਾ ਹੈ ਹਾਥੀ ਤੇ ਬੈਠਾ ਏ ਗੁਲਾਮ। ਵੈ ਤੋ ਕਹਾਵਤ ਵੱਡ ਸੂਰਬੀਰ, ਉਹ ਆਪਣੇ ਆਪ ਨੂੰ ਵੱਡਾ ਸੂਰਬੀਰ ਯੋਧਾ ਕਹਾਉਂਦਾ ਸੀ ਇਹ ਗੁਲਾਮ। ਦੋਹਰਾ ਤੋ ਭੀਮਾ ਸਿੰਘ ਕਰ ਖੁਸ਼ੀ, ਪਰਿਓ ਸ਼ੇਰ ਜਿਮ ਧਾਏ। ਭਾਈ ਭੀਮਾ ਸਿੰਘ ਦੇ ਮਨ 'ਚ ਰੀਝ ਆਈ ਵੀ ਹਾਥੀ ਤੇ ਬੈਠਾ ਇਸ ਪਾਪੀ ਨੂੰ, ਹਾਥੀ ਤੇ ਬੈਠੇ ਨੂੰ ਮਾਰਾਂ। ਭੀਮਾ ਸਿੰਘ ਨੇ ਦਲੇਰੀ ਕੀਤੀ ਵੀ ਸਾਡਾ ਇਹ ਨੁਕਸਾਨ ਕਰਦਾ ਹੈ, ਹਾਥੀ ਨੂੰ ਅੱਗੇ ਟੋਰ ਕੇ ਸਾਨੂੰ ਮਾਰਨਾ ਮਿੱਧਣਾ ਚਾਹੁੰਦਾ, ਮਹਾਵਤ ਨੂੰ ਪ੍ਰੇਰ ਰਿਹਾ ਤੇ ਮਹਾਵਤ ਵੀ ਸਾਡੇ ਤੇ ਹਾਥੀ ਚੜਾਉਣਾ ਚਾਹੁੰਦਾ। ਫੜ ਉਨ ਹਾਥੀ ਕੰਨ ਦੱਬਿਓ, ਤੁਰ ਤੈ ਲਿਓ ਬਹਾਏ। ਕਹਿੰਦੇ ਭਾਈ ਭੀਮਾ ਸਿੰਘ ਨੇ ਬੜੀ ਫੁਰਤੀ ਨਾਲ ਛਾਲ ਮਾਰੀ, ਹਾਥੀ ਦਾ ਕੰਨ ਫੜਿਆ ਜ਼ੋਰ ਨਾਲ। ਕੰਨ ਫੜ ਕੇ ਇੰਨਾ ਝਟਕਾ ਜਿਹਾ ਮਾਰਿਆ, ਕੰਨ ਫੜ ਕੇ ਹਾਥੀ ਨੂੰ ਥੱਲੇ ਬਿਠਾ ਲਿਆ ਭਾਈ ਭੀਮਾ ਸਿੰਘ ਨੇ। ਕੰਨ ਤੋਂ ਪਕੜ ਕੇ ਨਾ ਹਾਥੀ ਨੂੰ ਜ਼ੋਰ ਨਾਲ ਥੱਲੇ ਬਿਠਾ ਲਿਆ। ਚੋਪਈ ਤੋ ਸਿੰਘ ਕੀਓ ਮਹਾਵਤ ਪਰਵਾਰ, ਸਿੰਘ ਨੇ ਭੀਮਾ ਸਿੰਘ ਨੇ ਪਹਿਲਾਂ ਮਹਾਵਤ ਤੇ ਵਾਰ ਕੀਤਾ ਵੀ ਸਾਡੇ ਤੇ ਚੜਾ ਕੇ ਲਿਆਉਂਦਾ ਹਾਥੀ, ਪਹਿਲਾਂ ਇਹਨੂੰ ਮਾਰੀਏ ਮਲੇਛ ਨੂੰ। ਉਨ ਡਾਇਓ ਅੰਕੁਸ਼ ਲਗ ਟੁੱਟੀ ਤਲਵਾਰ, ਜਦੋਂ ਭਾਈ ਭੀਮਾ ਸਿੰਘ ਨੇ ਤਲਵਾਰ ਦਾ ਵਾਰ ਕੀਤਾ, ਉਹਦੇ ਕੋਲ ਲੋਹੇ ਦਾ ਭਾਲਾ ਸੀ, ਉਹਨੇ ਅੱਗੇ ਭਾਲਾ ਕਰ ਦਿੱਤਾ ਤੇ ਭਾਈ ਭੀਮਾ ਸਿੰਘ ਦੀ ਤਲਵਾਰ ਟੁੱਟ ਗਈ। ਅੱਧੀ ਰਹੀ ਸੰਗ ਮਾਰਿਓ ਮਹਾਵਤ, ਤਲਵਾਰ ਅੱਧੀ ਹੱਥ 'ਚ ਰਹਿ ਗਈ, ਅੱਧੀ ਟੁੱਟ ਗਈ। ਪਰ ਕਹਿੰਦੇ ਕੋਈ ਗੱਲ ਨਹੀਂ, ਅੱਧੀ ਤਾਂ ਹੈ। ਉਹ ਅੱਧੀ ਤਲਵਾਰ ਮਾਰ ਕੇ ਜਿਹੜਾ ਮਹਾਵਤ ਸੀ ਪਹਿਲਾਂ ਉਹਨੂੰ ਮਾਰ ਕੇ ਜ਼ਮੀਨ ਤੇ ਸੁੱਟਿਆ। ਸੋ ਗਿਓ ਗਸ਼ੀ ਅੰਕੁਸ਼ ਲਾਵਤ, ਉਹਨੂੰ ਗਸ਼ੀ ਪਈ ਥੱਲੇ ਡਿੱਗ ਪਿਆ। ਦੇਖ ਤਾਰੇ ਸਿੰਘ ਮਦਦ ਕਰਾਈ, ਪਰ ਉਹਨੇ ਮਰਦੇ ਨੇ ਜ਼ੋਰ ਨਾਲ ਭਾਲਾ ਹੀ ਮਾਰਿਆ ਭਾਈ ਭੀਮਾ ਸਿੰਘ ਹੋਣਾ ਦੇ। ਤੇ ਭਾਈ ਭੀਮਾ ਸਿੰਘ ਜੀ ਬੇਹੋਸ਼ ਹੋ ਕੇ ਥੱਲੇ ਡਿੱਗ ਪਏ ਜ਼ਮੀਨ ਤੇ ਲਾਗੇ ਭਾਈ ਲਖਮੀਰ ਸਿੰਘ ਹੋਣੀ ਖੜੇ ਸਨ। ਲਖਮੀਰ ਸਿੰਘ ਸੋ ਕਹਿਓ ਸੁਨਾਈ, ਭਾਈ ਤਾਰਾ ਸਿੰਘ ਨੇ ਭਾਈ ਲਖਮੀਰ ਸਿੰਘ ਨੂੰ ਕਿਹਾ, ਜਦ ਅਸੀਂ ਤੁਸੀਂ ਹੁਤ ਮੰਜੀ ਚਰਾਵਤ। ਇਹ ਦੋਵੇਂ ਨਾ ਬਚਪਨ ਤੇ ਇਕੱਠੇ ਖੇਡਦੇ ਸੀ, ਭਾਈ ਤਾਰਾ ਸਿੰਘ ਵਾਂ ਤੇ ਲਖਮੀਰ ਸਿੰਘ ਘਰਿਆਲੇ ਵਾਲਾ। ਕਹਿੰਦੇ ਲਖਮੀਰ ਸਿਆ ਜਦੋਂ ਆਪਾਂ ਛੋਟੇ ਹੁੰਦੇ ਸੀ, ਛੋਟੇ ਹੁੰਦਿਆਂ ਮੱਝਾਂ ਚਾਰਦੇ ਸੀ ਪਿੰਡਾਂ 'ਚ, ਤੂੰ ਹੁਤੋ ਮੰਜੀ ਦੋਏ ਦੋਏ ਟੱਪ ਜਾਵਤ। ਲਖਮੀਰ ਸਿਆ ਤੇਰੇ 'ਚ ਫੁਰਤੀ ਬੜੀ ਹੁੰਦੀ ਸੀ, ਤੂੰ ਦੋ ਦੋ ਮੱਝਾਂ ਤੂੰ ਛਾਲ ਮਾਰ ਕੇ ਟੱਪ ਜਾਂਦਾ ਹੁੰਦਾ ਸੀ, ਯਾਦ ਹੈ ਤੈਨੂੰ? ਭਾਈ ਤਾਰਾ ਸਿੰਘ ਜੀ ਕਹਿੰਦੇ ਤੂੰ ਦੋ ਦੋ ਮੱਝਾਂ ਤੋਂ ਛਾਲ ਮਾਰ ਕੇ ਟੱਪ ਜਾਂਦਾ ਸੀ। ਅਬ ਕੱਟਾ ਤੁਰਕਨ ਕਾ ਕਿਤਨਕ ਬਲਾਏ, ਉਹ ਦੋ ਮੱਝਾਂ ਤੂੰ ਛਾਲ ਮਾਰ ਕੇ ਟੱਪ ਜਾਂਦਾ ਸੀ, ਇਹ ਤੁਰਕਾਂ ਦਾ ਕੱਟਾ ਜਿਹਾ ਤੇਰੇ ਕੋਲੋਂ ਜ਼ਿਆਦਾ ਵੱਡਾ, ਇਹ ਨਹੀਂ ਤੇਰੇ ਕੋਲੋਂ ਛਾਲ ਮਾਰ ਕੇ ਚੜ ਹੁੰਦਾ। ਮਾਰ ਤੁਰਕ ਤੂੰ ਉੱਪਰ ਜਾਏ, ਮਾਰ ਛਾਲ ਲਖਮੀਰ ਸਿਆ, ਇਹਦੇ ਤੇ ਚੜ ਕੇ ਬੈਠਾ ਜਿਹੜਾ ਗੁਲਾਮ ਹੈ ਇਹਨੂੰ ਮਾਰ ਕੇ ਝਟਕ। ਅੱਗਿਓਂ ਲਖਮੀਰ ਸਿੰਘ ਜੀ ਸੋ ਕਈ, ਭਾਈ ਲਖਮੀਰ ਸਿੰਘ ਅੱਗੋਂ ਬਾਬੇ ਤਾਰਾ ਸਿੰਘ ਨੂੰ ਕਹਿਣ ਲੱਗੇ, ਮੇਰੇ ਪੀ ਮਨ ਥੀ ਗੱਲ ਯਈ। ਕਹਿੰਦੇ ਮੇਰੇ ਮਨ 'ਚ ਵੀ ਤਾਰਾ ਸਿਆ ਇਹੀ ਫੁਰਨਾ ਆਇਆ ਸੀ ਵੀ ਉਦੋਂ ਮੱਝਾਂ ਤੂੰ ਛਾਲਾਂ ਮਾਰ ਕੇ ਟੱਪਦੇ ਸੀ ਤੇ ਮੈਂ ਸੋਚ ਇਹੀ ਰਿਹਾ ਸੀ। ਤੋ ਪਰ ਤਨਕ ਆਗਿਆ ਜੇ ਹੋਏ, ਮੈਂ ਸੋਚਦਾ ਸੀ ਵੀ ਤਾਰਾ ਸਿੰਘ ਆਗਿਆ ਦੇਵੇ ਤੇ ਜਾਵਾਂ, ਤੂੰ ਮੈਨੂੰ ਤਨਕ ਮਾਤਰ ਵੀ ਆਗਿਆ ਦੇ ਦਿੱਤੀ ਹੈ। ਮੈਂ ਮਾਰ ਦਿਖਾਉਂ ਤੁਰ ਕੈ ਸੋਏ, ਤੇ ਵੇਖ ਹਾਥੀ ਤੇ ਬੈਠਾ ਜਿਹੜਾ ਗੁਲਾਮ ਤੁਰਕ ਹੈ ਇਹਨੂੰ ਮੈਂ ਕਿਵੇਂ ਮਾਰਦਾ। ਇਤਨਕ ਕਹਿ ਸਿੰਘ ਕੀਨੀ ਧਾਈ, ਇਹਨਾਂ ਕਹਿ ਕੇ ਭਾਈ ਲਖਮੀਰ ਸਿੰਘ ਘਰਿਆਲੇ ਵਾਲੇ ਨੇ ਛਾਲ ਮਾਰੀ, ਬੜੀ ਭਾਰੀ ਛਾਲ ਮਾਰੀ, ਜਿਮ ਪਰੇ ਕੁੰਜਨ ਪਰ ਬਹਿਰੀ ਜਾਈ। ਜਿਵੇਂ ਕਿਸੇ ਕੂੰਜ ਦੇ ਉੱਤੇ ਬਹਿਰੀ ਬਾਜ ਪੈਂਦਾ ਝਪਟ ਮਾਰ ਕੇ, ਏਦਾਂ ਲਖਬੀਰ ਸਿੰਘ ਨੇ ਝਪਟ ਮਾਰੀ। ਦੋਹਰਾ ਫੜ ਨੇਜਾ ਸਿੰਘ ਕੁਦ ਪਰਿਓ, ਸੋ ਹੈ ਚੇਲੇ ਕੋ ਲਲਕਾਰ। ਭਾਈ ਲਖਬੀਰ ਸਿੰਘ ਹੋਣਾ ਦੇ ਕੋਲ ਨੇਜਾ ਸੀ, ਨੇਜਾ ਪਕੜ ਕੇ ਕੁੱਦ ਕੇ ਛਾਲ ਮਾਰ ਕੇ
ਕਹਿੰਦੇ ਚੇਲਾ ਜਿਹੜਾ ਬੈਠਾ ਸੀ ਹਾਥੀ ਦੇ ਉਹਨੂੰ ਲਲਕਾਰਾ ਮਾਰਿਆ। ਉਤਵਲ ਤੇ ਉਨ ਭੀ ਕਰੀ ਮਾਰੇ ਮਾਰ ਪੁਕਾਰੇ। ਤੇ ਉਹ ਵੀ ਬੈਠਾ ਕਹਿੰਦਾ ਆ ਜਾ, ਮੈਂ ਵੀ ਖਾਲੀ ਹੱਥ ਨਹੀਂ ਆ, ਮੈਂ ਵੀ ਤੇਰੇ ਨਾਲ ਲੜਾਂਗਾ। ਉਹ ਗੁਲਾਮ ਬੋਲਿਆ ਲਖਮੀਰ ਸਿੰਘ ਨੂੰ ਕਹਿੰਦਾ ਜੋ ਪਈ ਤੋ ਲਖਮੀਰ ਸਿੰਘ ਜਾਏ ਸੰਭਾਰਾ। ਭਾਈ ਲਖਮੀਰ ਸਿੰਘ ਨੇ ਨੇਜਾ ਥੱਲਿਓਂ ਬਾਹਰ ਜਿਵੇਂ ਵਾਹ ਕੇ ਚੱਲਦੇ ਹੱਥੋਂ ਛੱਡ ਕੇ ਮਾਰਨਾ, ਨਿਸ਼ਾਨਾ ਸੇਧ ਕੇ ਏਦਾਂ ਚਲਾਇਆ। ਜਾਏ ਚੇਲੇ ਕੋ ਮੋਢਾ ਮਾਰਾ। ਉਹਦਾ ਜਿਹੜਾ ਮੋਢਾ ਸੀ ਮੋਢੇ ਦੇ ਕੋਲੋਂ ਦੀ ਕਹਿੰਦੇ ਮੋਢੇ ਨੂੰ ਚੀਰਦਾ ਨਿਕਲ ਗਿਆ। ਗਇਓ ਨੇਜਾ ਉਸ ਮੋਢੇ ਚੀਰ। ਉਹਦੇ ਮੋਢੇ ਨੂੰ ਚੀਰ ਕੇ ਨੇਜਾ ਪਾਰ ਨਿਕਲ ਗਿਆ। ਫੜ ਹੋਏ ਤਲਵਾਰ ਨ ਚੱਲੇ ਤੀਰ। ਹੁਣ ਉਹ ਤੀਰ ਨਹੀਂ ਚਲਾ ਸਕਿਆ। ਮੋਢੇ ਦੇ ਵਿੱਚ ਜਦੋਂ ਵਰਜਿਆ ਨੇਜਾ ਵੱਜਿਆ, ਤੀਰ ਚਲਾਣੋਂ ਰਹਿ ਗਿਆ ਉਹ ਗੁਲਾਮ। ਇੱਕ ਦੋਏ ਸਿੰਘ ਮਦਦ ਓਰੇ ਆਏ। ਇਹਨੂੰ ਦੋ ਸਿੰਘ ਮਦਦ ਵਾਸਤੇ ਹੋਰ ਆ ਗਏ ਲਖਮੀਰ ਸਿੰਘ ਦੇ। ਉਨ ਹਾਥੀ ਗਿਰਦਿਓ ਔਰ ਹਟਾਏ। ਕਹਿੰਦੇ ਗਿਰਦ ਕਿਉਂਕਿ ਹਾਥੀ ਦੇ ਆਲੇ ਦੁਆਲੇ ਹੋਰ ਦੁਸ਼ਮਣ ਬੜੇ ਆ ਗਏ ਸੀ। ਦੋ ਸਿੰਘਾਂ ਨੂੰ ਉਹਨਾਂ ਨੂੰ ਸੰਭਾਲਿਆ, ਆਲੇ ਦੁਆਲੇ ਆਉਂਦੇ ਦੂਜੇ ਤੁਰਕਾਂ ਨੂੰ ਨਿਬੇੜਿਆ। ਤੋ ਲਖਮੀਰ ਸਿੰਘ ਕੋ ਦਾਉ ਲੱਗ ਗਏ। ਲਖਮੀਰ ਸਿੰਘ ਦਾ ਦਾਅ ਲੱਗ ਗਿਆ ਹਾਥੀ ਤੇ ਚੜਨ ਦਾ। ਫੜ ਰੱਸਾ ਹਾਥੀ ਪਰ ਗਇਓ। ਫੜ ਕੇ ਰੱਸਾ ਹਾਥੀ ਤੇ ਚੜ ਗਿਆ ਲਖਮੀਰ ਸਿੰਘ। ਮਾਰ ਤਲਵਾਰ ਚੇਲਾ ਡਾਰ ਦਿਓ। ਮਾਰ ਕੇ ਤਲਵਾਰ ਉਹ ਚੇਲਾ ਜਿਹੜਾ ਹਾਥੀ ਤੇ ਬੈਠਾ ਸੀ ਲਾਹ ਕੇ ਦੁਹਾਣੇ ਵਰਗਾ ਸਿਰ ਉਹਦਾ ਭੂਏ ਸੁੱਟ ਦਿੱਤਾ। ਹਾਥੀ ਤੋਰ ਵੱਲ ਸਿੰਘਨ ਦਿਓ। ਔਰ ਉਹ ਕਹਿੰਦੇ ਹਾਥੀ ਤੋਰ ਕੇ ਨਾ ਲਖਮੀਰ ਸਿੰਘ ਆਪਣੇ ਕਾਬੂ ਕਰ ਲਿਆ। ਤੁਰਕਾਂ ਦਾ ਹਾਥੀ ਖੋਹ ਕੇ ਨਾ ਆਪਣੇ ਵੱਲ ਲੈ ਕੇ ਸਿੰਘਾਂ ਵਾਲੇ ਪਾਸੇ ਆ ਗਿਆ। ਸਿੰਘ ਜੀ ਕਹਿਓ ਹਾਥੀ ਕੈ ਕਾਮਨ। ਕਹਿੰਦਾ ਲਓ ਬਾਬਾ ਤਾਰਾ ਸਿੰਘ ਜੀ ਹਾਥੀ ਲੈ ਆ ਸਿੰਘਾਂ ਦੇ ਚੜਨ ਵਾਸਤੇ। ਅੱਗੋਂ ਬਾਬਾ ਤਾਰਾ ਸਿੰਘ ਜੀ ਕਹਿੰਦੇ ਆ ਲਖਮੀਰ ਸਿਆ ਇਹ ਹਾਥੀ ਸਾਡੇ ਕਿਹੜੇ ਕੰਮ ਦਾ। ਹਮ ਅਨੇਕ ਬਖਸ਼ेंगे ਗੁਲਾਮਨ। ਸਮਾਂ ਆਉਣਾ ਹੈ ਲਖਮੀਰ ਸਿਆ ਜਦੋਂ ਆਪਣੇ ਨੌਕਰਾਂ ਨੂੰ ਇਹੋ ਜਿਹੇ ਹਾਥੀ ਬਖਸ਼ਿਆ ਕਰਾਂਗੇ। ਇਹ ਸੀ ਖਾਲਸੇ ਦਾ ਟੀਚਾ, ਰਾਜ ਕਰਨ ਦਾ ਸੰਕਲਪ ਸੀ। ਸਮਾਂ ਆਵੇਗਾ ਲਖਮੀਰ ਸਿਆ ਜਦੋਂ ਇਹੋ ਜਿਹੇ ਹਾਥੀ ਆਪਣੇ ਗੁਲਾਮਾਂ ਤੇ ਚੇਲਿਆਂ ਨੂੰ ਬਖਸ਼ਿਆ ਕਰਾਂਗੇ। ਹਾਥੀ ਫਿਰ ਜਬ ਖਾਲੀ ਗਇਓ। ਹਾਥੀ ਵਾਪਸ ਪਰਤਾ ਦੇ, ਇਹਦੇ ਨਾਲ ਸਾਡਾ ਕੋਈ ਕੰਮ ਨਹੀਂ। ਦਲ ਤੁਰਕਨ ਕੋ ਭਾਜ ਖਾਏ ਗਇਓ। ਤੁਰਕਾਂ ਦਾ ਦਲ ਭਾਜ ਖਾ ਗਿਆ, ਭਾਜੜ ਪੈ ਗਈ। ਤੋ ਮੋਮਨ ਖਾਂ ਪੂਰਬੀਏ ਬੁਲਾਏ। ਮੋਮਨ ਖਾਂ ਦੇ ਨਾਲ ਕੁਝ ਪੂਰਬੀਏ ਸਨ। ਉਤੇ ਹਜ਼ਾਰੀ ਖਿਤਾਬ ਜਿਨ ਪਾਏ। ਉਹਨਾਂ ਕੋਲ ਹਜ਼ਾਰੀ ਖਿਤਾਬ ਸੀ। ਦੋਰਾ ਸਿੰਘਨ ਪੈ ਗੜਨੇ ਹੁਤੋ ਜਿਤ ਕੀ ਓਟ ਲੜਾਏ। ਸਿੰਘਾਂ ਕੋਲ ਕੋਈ ਕਿਲਾ ਨਹੀਂ ਸੀ ਜਿਹਦੀ ਓਟ ਲੈ ਕੇ ਅੜਦੇ ਲੜਦੇ। ਉਠ ਨੱਠ ਰੋਈ ਮਦ ਛਿਪੇ ਕੇ ਖੂਹਨ ਖੱਡਨ ਮਾਏ। ਸਿੰਘਾਂ ਵਾਸਤੇ ਤਾਂ ਖੂਹ ਸਨ, ਖੱਡਾਂ ਸਨ ਜਾਂ ਜੰਗਲ ਦੀਆਂ ਰੋਈਆਂ ਸਨ। ਦੋਹਰਾ ਮਨਸਾ ਰਾਮ ਓ ਦਇਆ ਰਾਮ ਜਿਨ ਕੋ ਥੋਏ ਨਾਮ। ਇੱਕ ਦਾ ਨਾਮ ਮਨਸਾ ਰਾਮ ਤੇ ਇੱਕ ਦਾ ਨਾਮ ਸੀ ਦਇਆ ਰਾਮ। ਇਹ ਦੋ ਪੂਰਬੀਏ ਜਰਨੈਲ ਮੋਮਨ ਖਾਂ ਦੇ ਨਾਲ ਆਏ ਸੀ। ਹਿੰਦੂ ਸਨ ਦੋਵੇਂ, ਨੌਕਰੀ ਇਹਦੇ ਕੋਲ ਕਰਦੇ ਸਨ। ਭੇਜ ਨਾਲ ਵੱਡ ਫੌਜ ਹੁਤ ਕੁੰਦਲਪੁਰ ਕਰ ਧਾਮ। ਇਹ ਕੁੰਦਲਪੁਰ ਦੇ ਰਹਿਣ ਵਾਲੇ ਮੋਮਨ ਖਾਂ ਨੇ ਇਹਨਾਂ ਨੂੰ ਟੋਰਿਆ ਵੀ ਤੁਸੀਂ ਜਾ ਕੇ ਅੱਗੇ ਹੋ ਕੇ ਲੜੋ। ਚੋਪਈ ਵੈ ਕਰ ਹੱਲਾ ਸਿੰਘਨ ਪਰ ਪਏ। ਇਹ ਦੋਵੇਂ ਆਏ, ਇਹਨਾਂ ਨੇ ਆਪਣੇ ਸਾਥੀਆਂ ਸਮੇਤ ਹੱਲਾ ਕੀਤਾ ਸਿੰਘਾਂ ਤੇ। ਉਤ ਤੈ ਸਿੰਘ ਪੀ ਸਨਮੁਖ ਆਏ। ਉਧਰੋਂ ਸਿੰਘ ਵੀ ਸਾਹਮਣੇ ਆ ਗਏ। ਮਨਸਾ ਰਾਮ ਓ ਦਇਆ ਰਾਮ। ਇਹ ਜਿਹੜਾ ਮਨਸਾ ਰਾਮ ਤੇ ਦਇਆ ਰਾਮ ਸੀ, ਮਾਰ ਸਿੰਘਨ ਉਸ ਹੀ ਥਾਮ। ਇਹ ਅੱਗੇ ਆਏ ਸਿੰਘਾਂ ਨੇ ਉਸੇ ਵੇਲੇ ਮਾਰ ਕੇ ਪਹਿਲਾਂ ਤੇ ਇਹਨਾਂ ਨੂੰ ਮਿੱਟੀ 'ਚ ਗਰਕ ਕਰ ਦਿੱਤਾ, ਦੋਨਾਂ ਨੂੰ ਪੂਰਬੀਆਂ ਨੂੰ। ਤੁਰਕਨ ਫੌਜ ਤੈ ਗਈ ਪਰਾਈ। ਤੁਰਕਾਂ ਦੀ ਫੌਜ ਜਿਹੜੀ ਸੀ ਉਹਨਾਂ ਨੂੰ ਭਾਜੜ ਪੈ ਗਈ। ਰਿਓ ਮੈਦਾਨ ਸਿੰਘਨ ਕੈ ਪਾਈ। ਤੁਰਕਾਂ ਨੂੰ ਭਾਜੜ ਪੈ ਗਈ ਤੇ ਜੰਗ ਦਾ ਮੈਦਾਨ ਸਿੰਘਾਂ ਦੇ ਹਵਾਲੇ ਹੋ ਗਿਆ। ਭਾਵ ਮੈਦਾਨ ਸਿੰਘਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ। ਤੋ ਦਿਨ ਚੜਿਓ ਪਇਓ ਜੇ ਆਲਾ। ਇਹਨੇ ਨੂੰ ਦਿਨ ਚੜ ਗਿਆ, ਸੂਰਜ ਉਦੇ ਹੋ ਗਿਆ। ਮੁੜ ਤੁਰਕਨ ਕੀਓ ਖੇਤ ਸੰਭਾਲਾ। ਤੁਰਕਾਂ ਨੇ ਫਿਰ ਦੁਬਾਰਾ ਦਿਨ ਚੜੇ ਹੱਲਾ ਕੀਤਾ। ਉਹ ਕਿਤੇ ਸਿੰਘ ਦਿਸਾ ਖੜੇ। ਕਹਿੰਦੇ ਕਿਤੇ ਕਿਤੇ ਸਿੰਘ ਖੜੇ ਦਿਸਦੇ ਨੇ। ਔਰ ਮਾਰਿਓ ਉਹ ਦੇਖਿਓ ਪੜਾ। ਵੇਖਿਆ ਵੀ ਸਿੰਘ ਕੋਈ ਕੋਈ ਮਰਿਆ,
ਤੇ ਸਾਡੀ ਅੱਧੀ ਨਾਲੋਂ ਵੱਧ ਫੌਜ ਜਿਹੜੀ ਆ ਉਹ ਮਰੀ ਪਈ ਆ ਰਣ ਭੂਮੀ ਵਿੱਚ। ਵੈ ਦੂਰੋਂ ਹੀ ਬੰਦੂਕ ਚਲਾਵੇ, ਹੁਣ ਨੇੜੇ ਨਹੀਂ ਆਏ, ਦੂਰੋਂ ਹੀ ਬੰਦੂਕਾਂ ਦੀਆਂ ਗੋਲੀਆਂ ਸਿੰਘਾਂ ਤੇ ਚਲਾਉਣ ਲੱਗੇ। ਉਠ ਨੇੜ ਟੁਕੈ ਤੇ ਸ਼ਿਆਣ ਆਵੇ, ਨੇੜੇ ਆਉਂਦੇ ਤੇ ਸ਼ੇਰ ਵਾਂਗੂ ਭੈ ਆਉਂਦਾ ਸੀ ਸਿੰਘਾਂ ਤੋਂ ਇਹਨਾਂ ਨੂੰ। ਬਾਕੀ ਮਾਰ ਸਿੰਘ ਇਮਦਾਏ, ਏਦਾਂ ਸਾਰੇ ਸਿੰਘ ਜਿਹੜੇ ਬਾਕੀ ਬਚੇ ਉਹ ਵੀ ਸ਼ਹੀਦੀਆਂ ਪਾ ਗਏ। ਫਿਰ ਟੁਕ ਸਬਨ ਕੇ ਸਿਰ ਕੱਟ ਲਏ, ਪਾਪੀਆਂ ਨੇ ਮਰਿਆਂ ਦੇ ਕੋਲ ਆ ਕੇ ਫਿਰ ਉਹਨਾਂ ਦੇ ਸਿਰ ਵੱਡੇ ਸਿੰਘਾਂ ਦੇ। ਇਮਤਾਰੇ ਸਿੰਘ ਸ਼ਹੀਦੀ ਪਾਈ, ਏਦਾਂ ਪੁਰਜਾ ਪੁਰਜਾ ਕੱਟ ਮਰਿਆ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਬਾਬਾ ਤਾਰਾ ਸਿੰਘ ਵਾਂ ਨੇ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਲਿਆ। ਸਿੰਘ ਨਿਭੇ ਉਸ ਸੰਗ ਸਭ ਥਾਈ, ਔਰ ਹਰ ਜਗ੍ਹਾ ਤੇ ਸਿੰਘ ਨਾਲ ਨਿਭੇ, ਜਿਹੜੇ 22 ਦੇ 22 ਸਿੰਘ ਸਨ ਉਹ ਨਾਲ ਨਿਭੇ ਹਨ। ਇਮਤਾਰੇ ਸਿੰਘ ਜੀ ਸਾਕੋ ਕੀਆ, ਏਦਾਂ ਬਾਬੇ ਤਾਰਾ ਸਿੰਘ ਹੋਣਾ ਨੇ ਸਾਕਾ ਕੀਤਾ। ਮਸ਼ਹੂਰ ਸਭ ਜਗ ਮੈਂ ਥੀਆ, ਸਾਰੇ ਜਗ ਚ ਬਾਬਾ ਤਾਰਾ ਸਿੰਘ ਵਾਂ ਇਹ ਨਾਮ ਮਸ਼ਹੂਰ ਹੋਇਆ, ਪ੍ਰਸਿੱਧ ਹੋਇਆ। ਗੁਰ ਕੋ ਵਾਕ ਜਿਸ ਐਸ ਕਮਈਆ, ਜਿਹਨੇ ਗੁਰੂ ਸਾਹਿਬ ਦਾ ਬਚਨ ਕਮਾਇਆ। ਸੀਸ ਦਿਓ ਪਰ ਸਿਰ ਨ ਦਈਆ, ਸਿਰ ਦੇ ਦਿੱਤਾ ਪਰ ਆਪਣਾ ਸਿਰੜ ਨਹੀਂ ਤਿਆਗਿਆ। ਦੋਹਰਾ ਧੰਨ ਧੰਨ ਉਨ ਸਿੰਘਨ ਕੈ, ਜਿਨ ਕਰ ਸਾਕਾ ਤਜੇ ਪਰਾਨ। ਧੰਨ ਹਨ ਇਹ ਸਿੰਘ, ਧੰਨ ਹਨ ਗੁਰੂ ਕੇ ਲਾਲ, ਜਿਨ੍ਹਾਂ ਨੇ ਐਸਾ ਸਾਕਾ ਕਰਕੇ ਆਪਣੇ ਪ੍ਰਾਣ ਤਜੇ ਹਨ। ਰਹੇ ਨਾਮ ਥਿਰ ਕਰਮ ਕਾ, ਹੈ ਜਗ ਆਵਨ ਜਾਨ। ਇਹ ਜਗ ਆਵਾ ਗਾਉਣ ਵਾਲਾ ਹੈ। ਇੱਥੇ ਜਿਹੜੇ ਕਰਮ ਕਰਦੇ, ਜਿਹੜਾ ਕਰਮ ਕੀਤਾ ਹੋਵੇ ਨਾ ਕਿਸੇ ਨਾਲ, ਉਹਦਾ ਨਾਂ ਰਹਿੰਦਾ ਸੰਸਾਰ 'ਚ। ਕੋਈ ਸੂਰਬੀਰਤਾ ਦਾ ਕਰਮ ਕਰ ਜਾਏ, ਬਹਾਦਰੀ ਦਾ ਕਰਮ ਕਰ ਜਾਏ, ਪਰਉਪਕਾਰ ਦਾ ਕਰਮ ਕਰ ਜਾਏ, ਉਹ ਯਾਦ ਰਹਿੰਦਾ। ਬਾਕੀ ਆਵਾ ਗਾਉਣ ਤਾਂ ਬਣਿਆ ਹੀ ਹੋਇਆ, ਜੰਮਣਾ ਮਰਨਾ ਤਾਂ ਹੈ ਹੀ। ਬਾਬਾ ਤਾਰਾ ਸਿੰਘ ਵਾਂ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। ਐਸੇ ਮਹਾਂਪੁਰਸ਼ ਦੀ ਪਾਵਨ ਸ਼ਹੀਦੀ ਨੂੰ ਉਹਨਾਂ ਦੇ ਨਾਲ 22 ਸਿੰਘ ਜਿਹੜੇ ਸ਼ਹੀਦ ਹੋਏ ਹਨ, ਉਹਨਾਂ ਸਮੁੱਚੇ ਸ਼ਹੀਦਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਜੋ ਤੋ ਪ੍ਰੇਮ ਖੇਲਨ ਕਾ ਚਾਓ। ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀ ਜੈ, ਇਤ ਮਾਰਗ ਪੈਰ ਧਰੀ ਜੈ, ਮਾਰਗ ਪੈਰ ਧਰੀ ਜੈ, ਇਤ ਮਾਰਗ ਪੈਰ ਧਰੀ ਜੈ। ਸਿਰ ਦੀਜੈ ਕਾਣ ਨ ਕੀਜੈ, ਸਿਰ ਦੀਜੈ ਕਾਣ ਨ ਕੀਜੈ, ਦੀਜੈ ਕਾਣ ਨ ਕੀਜੈ, ਸਿਰ ਦੀਜੈ ਕਾਣ ਨ ਕੀ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਇਹ
ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ हे पूरन हे सर्ब मैं ਦੁਖ ਪੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोविंद हे गुण निधान ਜਾਂ ਕੇ ਸਦਾ ਬਵੇਕ हे अपरंपर हर हरे ਹੈ ਪੀਓ ਅਣਹਾਰੇ हे संतह कै सदा संग ਨਿਧਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਬੜੇ ਸੋਤਰੇ ਪਾਰ जो शरदा कर से बंदे ਗੁਰ ਪਾਰੇ ਉਤਾਰ ਨਿਆਰ वाहिगुरु नाम जहाज है ਬੜੇ ਸੋਤਰੇ ਪਾਰ जो शरदा कर से बंदे ਗੁਰ ਪਾਰੇ ਉਤਾਰ ਨਿਆਰ वाहिगुरु जी का खालसा वाहिगुरु जी की फतेह। साध संगत जी बेनती है कि कल गुरु के बाग के शहीदां दा दिन है। गुरुद्वारा श्री दुख निवारण साहब विखे दीवान हाल विच कल सवेरे 10 ਤੋਂ 11 ਵਜੇ ਤੱਕ ਦੀਵਾਨ ਸਜਣਗੇ। ਸ਼ਹੀਦਾਂ ਨੂੰ ਗੁਰੂ ਕੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਕੱਲ ਅੰਮ੍ਰਿਤ ਸੰਚਾਰ ਵੀ ਹੋਵੇਗਾ। ਜਿਨ੍ਹਾਂ ਮਾਈਆਂ ਭਾਈਆਂ ਨੇ ਅੰਮ੍ਰਿਤ ਛਕਣਾ ਹੋਵੇ ਸਵੇਰੇ ਇਸ਼ਨਾਨ ਪਾਨ ਕਰਕੇ ਪੰਜਾਂ ਕੱਕਿਆਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਪੌਲ ਛਕ ਕੇ ਖੰਡੇ ਦੀ ਪੌਲ ਛਕ ਕੇ ਆਪਣਾ ਜੀਵਨ ਸਫਲਾ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।